ਭਾਰਤ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਦਾ ਐਲਾਨ ਕੀਤਾ ਜਾ ਚੁੱਕਿਆ। ਕੈਬਨਿਟ ਵੱਲੋਂ ਉਸ ਨੂੰ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ ਤੇ ਨਵੀਂ ਸਿੱਖਿਆ ਨੀਤੀ ਹੁਣ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਹੀ ਹੈ, ਕਿਉਂਕਿ ਜੋ ਸਿੱਖਿਆ ਹੈ ਉਹ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ। ਸਟੇਟ ਗਵਰਨਮੈਂਟ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਇਸ ਵਿਸ਼ੇ ਦੇ ਉੱਤੇ ਕੰਮ ਕਰਨਾ ਹੁੰਦਾ। ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਇਹ ਸਿੱਖਿਆ ਨੀਤੀ ਪੂਰੇ ਭਾਰਤ ਵਿੱਚ ਲਾਗੂ ਹੁੰਦੀ ਹੈ, ਇਹ ਤਾਂ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਤੋਂ ਹੀ ਪਤਾ ਲੱਗੇਗਾ। ਪਰ ਭਾਰਤ ਸਰਕਾਰ ਵੱਲੋਂ ਜੋ ਟੀਚਾ ਮਿੱਥਿਆ ਗਿਆ ਉਹ 2040 ਤੱਕ ਦਾ ਮਿੱਥਿਆ ਗਿਆ। ਨਵੀਂ ਸਿੱਖਿਆ ਨੀਤੀ ਦੀ ਕਿਉਂ ਜ਼ਰੂਰਤ ਪਈ, ਪੁਰਾਣੀ ਸਿੱਖਿਆ ਨੀਤੀ 'ਚ ਕੀ ਖਾਮੀਆਂ ਸੀ, ਇਸ 'ਤੇ ਅੱਜ ਅਸੀਂ ਚਰਚਾ ਕਰਾਂਗੇ। ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਮਨਮੀਤ ਕੱਕੜ ਜੀ, ਅਸਿਸਟੈਂਟ ਡਾਇਰੈਕਟਰ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ, ਫੈਰੀ ਸੋਫਤ ਜੀ ਨੇ, ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ ਸਤਨਾਮ ਦਾਊ ਜੀ ਨੇ, ਪ੍ਰਧਾਨ ਨੇ ਪੰਜਾਬ ਅਗੇਂਸਟ ਕਰਪਸ਼ਨ ਦੇ। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਹਾਂ ਮਨਮੀਤ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਤੋਂ ਹੈ, ਤੁਸੀਂ ਸਿੱਖਿਆ ਦੇ ਖੇਤਰ 'ਚ ਜੁੜੇ ਵੀ ਹੋਏ ਹੋ, ਵੀ ਆਹ ਨਵੀਂ ਸਿੱਖਿਆ ਨੀਤੀ ਹੈ ਕਿਆ, ਕਿੱਦਾਂ ਇਹ ਕੰਮ ਕਰੇਗੀ? ਠੀਕ ਹੈ ਸਰ, ਜਿਹੜੀ ਹੁਣ ਤੱਕ ਆਪਾਂ ਐਜੂਕੇਸ਼ਨ ਪਾਲਿਸੀ ਫੋਲੋ ਕਰ ਰਹੇ ਸੀ, ਉਹ 1986 ਦੀ ਆਪਾਂ ਐਜੂਕੇਸ਼ਨ ਪਾਲਿਸੀ ਸੀ ਜਿਹੜੀ ਲਾਸਟ ਆਪਾਂ ਬਣਾਈ ਗਈ ਸੀ, ਉਹ ਫੋਲੋ ਕਰ ਰਹੇ ਸੀ। ਉਹਦੇ 'ਚ 1992 'ਚ ਕੁਝ ਅਮੈਂਡਮੈਂਟਸ ਹੋਈਆਂ ਸੀ, ਬਟ ਬੇਸਿਕਲੀ 1986 ਵਾਲੀ ਹੀ ਪਾਲਿਸੀ ਆਪਾਂ ਫੋਲੋ ਕਰ ਰਹੇ ਸੀ। ਤੇ ਲਗਭਗ 34 ਸਾਲ ਬਾਅਦ ਹੋਇਆ ਕਿ ਕੋਈ ਨਵੀਂ ਸਿੱਖਿਆ ਨੀਤੀ ਦੇਸ਼ ਵਿੱਚ ਆ ਰਹੀ ਹੈ। ਆਪਣੇ ਮੰਗ ਤਾਂ ਇਹ ਕਾਫੀ ਟਾਈਮ ਤੋਂ ਚੱਲ ਰਹੀ ਸੀ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ ਕਿੱਤਾ ਮੁਖੀ ਨਹੀਂ, ਬੱਚਿਆਂ ਨੂੰ ਜੌਬਸ ਨਹੀਂ ਮਿਲ ਪਾ ਰਹੀਆਂ ਜਾਂ ਬੱਚੇ ਕੁਝ ਆਪਣਾ ਬਿਜ਼ਨਸ ਨਹੀਂ ਸੈਟਅਪ ਕਰ ਪਾ ਰਹੇ, ਬਟ ਬਹੁਤ ਘੱਟ ਸਰਕਾਰਾਂ ਸਿੱਖਿਆ ਵੱਲ ਧਿਆਨ ਦੇ ਰਹੀਆਂ ਸੀ ਜੀ। ਬਟ 2016 ਤੋਂ ਇੱਕ ਪ੍ਰੋਸੈਸ ਸ਼ੁਰੂ ਹੋਇਆ। ਉਹਦੇ ਵਿੱਚ ਸਭ ਤੋਂ ਪਹਿਲਾਂ TS ਸੁਬਰਮਨੀਅਮ ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਤੇ ਉਹਨਾਂ ਨੂੰ ਇੱਕ ਡਰਾਫਟ ਪੇਸ਼ ਕਰਨ ਲਈ ਕਿਹਾ ਗਿਆ ਕਿ ਨਵੀਂ ਸਿੱਖਿਆ ਨੀਤੀ ਦਾ ਇੱਕ ਡਰਾਫਟ ਪੇਸ਼ ਕੀਤਾ ਜਾਵੇ ਤਾਂ ਕਿ ਭਾਰਤ ਨੂੰ ਅਸੀਂ ਕਿਵੇਂ ਇੱਕ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਗੁਰੂ ਬਣਾ ਸਕਦੇ ਹਾਂ ਜੀ। ਉਹ ਕਮੇਟੀ ਨੇ ਕੋਈ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਨੀਤੀ ਨਹੀਂ ਬਣਾਈ। ਉਹਨਾਂ ਨੇ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹਾ ਪੱਧਰ ਤੇ ਜਾ ਕੇ ਸਿੱਖਿਆ ਮਾਹਿਰਾਂ ਤੋਂ, ਅਧਿਆਪਕਾਂ ਤੋਂ, ਲੇਖਕਾਂ ਤੋਂ, ਜੋ ਵੀ ਐਜੂਕੇਸ਼ਨਲ ਸੰਬੰਧਿਤ ਲੋਕ ਨੇ, ਉਹਨਾਂ ਤੋਂ ਸਲਾਹ ਲਈ, ਉਹਨਾਂ ਨਾਲ ਐਡਵਾਈਜ਼ਰੀ ਲਈ, ਉਹਨਾਂ ਨਾਲ ਵਰਕਸ਼ਾਪਸ ਕੀਤੀਆਂ, ਤਾਂ ਉਹਦੇ ਬੇਸ ਦੇ ਉੱਪਰ ਡਰਾਫਟ ਬਣਾਇਆ ਜੀ। ਫਿਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਹੋਏ 2018 ਦੇ ਵਿੱਚ ਇਸਰੋ ਦੇ ਚੀਫ ਕਸਤੂਰੀ ਰੰਗਨ, ਉਹਨਾਂ ਦੀ ਅਧਿਕਸ਼ਤਾ ਵਿੱਚ ਬੋਡੀ ਬਣੀ। ਪੁਰਾਣੇ ਮੈਂਬਰ ਵੀ ਸੀ, ਨਵੇਂ ਮੈਂਬਰ ਵੀ ਐਡ ਕੀਤੇ ਗਏ, ਤਾਂ ਉਹਨਾਂ ਨੇ 2019 ਦੇ ਵਿੱਚ ਲਾਸਟ ਈਅਰ ਇੱਕ ਆਪਣਾ ਡਰਾਫਟ ਪੇਸ਼ ਕੀਤਾ ਜਿਹਨੂੰ ਫਾਈਨਲ ਡਰਾਫਟ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਜੀ। ਪਰ ਉਸ ਸੋਫਤ ਸਾਹਿਬ, ਜਿਹੜੀ ਇਹ ਨਵੀਂ ਸਿੱਖਿਆ ਨੀਤੀ ਆਈ ਹੈ, ਕੀ ਲੱਗਦਾ ਹੈ ਕਿ ਸਮੇਂ ਦੀ ਜ਼ਰੂਰਤ ਸੀ ਇਹ ਨਵੀਂ ਸਿੱਖਿਆ ਨੀਤੀ? ਦੇਖੋ, ਬਹੁਤ ਜ਼ਿਆਦਾ ਇਸ ਚੀਜ਼ ਦੀ ਜ਼ਰੂਰਤ ਸੀ ਤੇ ਅੱਜ ਦੀ ਨਹੀਂ, ਬਹੁਤ ਪੁਰਾਣੀ ਸਮੇਂ ਤੋਂ, ਜਿਵੇਂ 34 ਸਾਲ ਪਹਿਲਾਂ ਤੋਂ ਇਸ 34 ਸਾਲ ਪੁਰਾਣੀ ਨੀਤੀ ਸੀਗੀ ਤੇ ਉਸ ਦੇ ਹਿਸਾਬ ਨਾਲ ਅੱਜ ਤੱਕ ਕੰਮ ਚੱਲ ਰਿਹਾ ਸੀ ਤੇ ਇਸ ਕਰਕੇ ਬਹੁਤ ਪੁਰਾਣੀ ਡਿਮਾਂਡ ਚੱਲੀ ਆ ਰਹੀ ਸੀ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਰਿਕੁਆਇਰਡ ਸੀ। ਤੇ ਇਹਦੇ ਜਿਹੜੇ ਚੇਂਜਿਸ ਵੀ ਨੇ, ਕਾਫੀ ਜਿਹੜੇ ਚੇਂਜਿਸ ਨੇ, ਬਹੁਤ ਵਧੀਆ ਚੇਂਜਿਸ ਵੀ ਆਏ ਆ, ਬਟ ਉਸ ਦੇ ਵਿੱਚ ਕੁਝ ਲੂਪ ਹੋਲਸ ਵੀ ਨੇ। ਤੇ ਸਭ ਤੋਂ ਪਹਿਲਾਂ ਜਿਹੜੇ ਮਤਲਬ ਇਸ ਦੇ ਵਿੱਚ ਚੇਂਜਿਸ ਆਏ ਨੇ, ਇੱਕ ਤਾਂ ਪ੍ਰੀ ਸਕੂਲਿੰਗ ਜਿਹੜਾ ਸੀ, ਜਿਹਨੂੰ ਅੱਜ ਤੱਕ ਕਿਸੇ ਵੀ ਪਾਲਿਸੀ ਦੇ ਅੰਦਰ ਉਹਨੂੰ ਇਗਨੋਰ ਕੀਤਾ ਜਾਂਦਾ ਸੀ, ਤਾਂ ਇਸ ਪਾਲਿਸੀ ਦੇ ਅੰਦਰ ਪ੍ਰੀ ਸਕੂਲਿੰਗ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਪਹਿਲਾਂ ਜਿਹੜੀ ਮੈਂਡੇਟਰੀ ਐਜੂਕੇਸ਼ਨ ਸੀ 6 ਤੋਂ 14 ਸਾਲ ਦੀ, RTE ਦੇ ਅੰਦਰ ਵੀ ਆਉਂਦੀ ਸੀ 6 ਤੋਂ 14 ਸਾਲ ਦੀ ਮੈਂਡੇਟਰੀ ਐਜੂਕੇਸ਼ਨ, ਉਸ ਨੂੰ ਹੁਣ ਚੇਂਜ ਕਰਕੇ 3 ਤੋਂ 18 ਸਾਲ ਕਰ ਦਿੱਤਾ ਗਿਆ ਹੈ ਜੀ। ਤੇ ਜੋ ਕਿ ਬਹੁਤ ਵੱਡਾ ਮਤਲਬ ਇੱਕ ਸਟੈਪ ਹੈ। ਤੇ ਇੱਕ ਜਿਹੜਾ 10+2 ਦਾ ਸਟਰਕਚਰ ਸੀ, ਉਸ ਨੂੰ ਚੇਂਜ ਕਰਕੇ 5+3+3+4, ਇਹਨੂੰ ਮੈਂ ਦੱਸਣਾ ਚਾਹੂੰਗਾ। 5 ਦਾ ਮਤਲਬ ਹੈ ਕਿ ਜਿਹੜੀ ਪਹਿਲਾਂ ਪ੍ਰੀ ਸਕੂਲਿੰਗ ਦੀ 3 ਕਲਾਸਿਸ ਨੇ, ਜਿਵੇਂ ਨਾਰਮਲ ਸਕੂਲਾਂ 'ਚ ਨਰਸਰੀ, LKG, UKG, ਫਿਰ ਫਸਟ ਸੈਕਿੰਡ, ਇਹ ਤਾਂ ਹੈਗਾ ਫਸਟ 5 ਦੇ ਅੰਦਰ, ਫਿਰ ਉਸ ਤੋਂ ਬਾਅਦ 3rd to 5th, ਫਿਰ 6th to 8th, ਫਿਰ 9th to 12th। ਇਹ ਸਟਰਕਚਰ ਜਿਹੜਾ ਚੇਂਜ ਕੀਤਾ ਗਿਆ, ਇਹਦੇ ਵਿੱਚ ਕਾਫੀ, ਜਿਵੇਂ ਪਹਿਲੇ 5 ਦੇ ਵਿੱਚ ਇਹਨਾਂ ਨੇ ਜਿਹੜਾ ਫਸਟ 5 ਆ ਉਹਦੇ ਵਿੱਚ ਮੇਨ ਜਿਹੜਾ ਇਹਨਾਂ ਨੇ ਰੱਖਿਆ ਕਿ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਉਹ ਮਦਰ ਟੰਗ ਹੋਏਗਾ ਜੀ। ਇਹ ਮਤਲਬ ਕਾਫੀ, ਕਿਉਂਕਿ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਜਿਵੇਂ ਤੇ ਇਹ ਮੈਂਡੇਟਰੀ ਕੀਤਾ ਪ੍ਰਾਈਵੇਟ ਸਕੂਲਸ ਦੇ ਲਈ ਵੀ। ਗੌਰਮੈਂਟ ਸਕੂਲਸ ਦੇ ਵਿੱਚ ਤਾਂ ਮਦਰ ਟੰਗ ਯੂਜ਼ ਹੁੰਦੀ ਹੀ ਸੀ, ਬਟ ਜਿਹੜੇ ਪ੍ਰਾਈਵੇਟ ਸਕੂਲਸ ਦੇ ਵਿੱਚ ਜਿਹੜਾ ਕੰਪਲਸਰੀ ਕਰ ਦਿੱਤਾ, ਇਹ ਬਹੁਤ ਵੱਡਾ ਮਤਲਬ ਵਧੀਆ ਸਟੈਪ ਹੈ। ਦਾਊ ਸਾਹਿਬ, ਜਿਵੇਂ ਹੁਣ ਇਹਨਾਂ ਨੇ ਫੈਰੀ ਸਾਹਿਬ ਨੇ ਦੱਸਿਆ ਕਿ +5 ਜੀ, +5 ਦੇ ਵਿੱਚ ਜਿਹੜੇ ਨਰਸਰੀ, LKG, UKG ਉਹ ਐਡ ਔਨ ਕਰ ਦਿੱਤੀਆਂ ਗਈਆਂ।
ਪੰਜਾਬ ਦਾ ਜਿਹੜਾ ਪੰਜਾਬ ਕਿਆ ਪੂਰੇ ਹਿੰਦੁਸਤਾਨ ਦੇ ਸਕੂਲਾਂ ਦਾ ਜਿਹੜਾ ਸਿਸਟਮ ਹੈ ਉਹਨਾਂ ਕੋਲ ਤਾਂ ਪ੍ਰਾਇਮਰੀ ਟੀਚਰਾਂ ਦੀ ਗਿਣਤੀ ਨਹੀਂ, ਮਾਸਟਰ ਕੇਡਰ ਦੇ ਅਧਿਆਪਕ ਪੂਰੇ ਨਹੀਂ ਹੈਗੇ ਤੇ ਛੋਟੇ ਛੋਟੇ ਬੱਚਿਆਂ ਨੂੰ ਸੰਭਾਲਣ ਵਾਸਤੇ ਤਾਂ ਬਹੁਤ ਵੱਡੇ ਪੱਧਰ ਤੇ ਕੰਮ ਕਰਨਾ ਪਏਗਾ ਤੇ ਕਿੱਦਾਂ ਮੈਨੇਜ ਹੋਏਗਾ ਇਹ ਸਾਰਾ ਕੁਝ? ਦੇਖੋ ਜਿਹੜੀ ਸਿੱਖਿਆ ਨੀਤੀ ਹੈ ਕਿਹੜੀਆਂ ਕਲਾਸਾਂ ਅੱਗੇ ਕਰਨੀਆਂ ਪਿੱਛੇ ਕਰਨੀਆਂ, ਜਿਹਦਾ 5 ਦੀ ਜਾਂ 3 ਦੀ ਜਾਂ 2 ਦੀ ਤੁਸੀਂ ਪੜ੍ਹਿਆ ਕਿ +2 ਕਿਵੇਂ ਦੀ ਹੋਏਗੀ, ਇਹ ਤਾਂ ਇੱਕ ਬਾਹਰਲਾ ਦਿਖਾਵਾ ਹੈਗਾ ਕਿ ਬਾਹਰੋਂ ਕੀ ਹੋਏਗਾ। ਅਸਲ ਖਤਰਾ ਹੈਗਾ ਕਿ ਪ੍ਰਾਈਵੇਟੇਸ਼ਨ ਦਾ। ਜਦੋਂ ਪ੍ਰਾਈਵੇਟ ਪਲੇਅਰ ਮਾਰਕੀਟ ਦੇ ਵਿੱਚ ਆ ਜਾਣਗੇ ਤਾਂ ਜਦੋਂ ਤੱਕ ਤਾਂ ਸਰਕਾਰੀ ਕੰਟਰੋਲ ਹੈ ਸਿੱਖਿਆ ਦੇ ਉੱਤੇ, ਉਦੋਂ ਤੱਕ ਤਾਂ ਫ੍ਰੀ ਦੀ ਸਿੱਖਿਆ, ਬਰਾਬਰ ਦੀ ਸਿੱਖਿਆ, ਜਿਹੜਾ ਕੋਠਾਰੀ ਕਮਿਸ਼ਨ 1968 ਚ ਬਣਾਇਆ ਸੀ ਕਿ ਪ੍ਰਧਾਨ ਮੰਤਰੀ ਦਾ ਬੱਚਾ, ਪੀਐਨ ਦਾ ਬੱਚਾ, ਸਫਾਈ ਕਰਮਚਾਰੀ ਦਾ ਬੱਚਾ ਬਰਾਬਰ ਇੱਕ ਸਕੂਲ ਚ ਪੜ੍ਹਨਗੇ। ਪਰ ਜਦੋਂ 90 ਦੇ ਦਹਾਕੇ ਤੋਂ ਬਾਅਦ ਜਦੋਂ ਪ੍ਰਾਈਵੇਟ ਪਲੇਅਰ ਆ ਗਏ ਤਾਂ ਵੱਡੀ ਵੱਡੀ ਯੂਨੀਵਰਸਿਟੀਆਂ ਬਣ ਗਈਆਂ। ਇੱਕ ਸਰਕਾਰੀ ਕਾਲਜ MBBS ਤਾਂ ਹੁੰਦੀ ਹੈ 50,000 ਰੁਪਏ ਚ, ਦੂਜੇ ਜਿਹੜਾ ਪ੍ਰਾਈਵੇਟ ਕਾਲਜ ਦੇ ਵਿੱਚ MBBS ਹੁੰਦੀ ਹੈ ਮੈਨੇਜਮੈਂਟ ਕੋਟੇ 60 ਲੱਖ ਚ, ਤੇ ਜੋ ਕੋਈ ਹੋਰ ਕੋਟਾ ਹੈਗਾ NRI ਦਾ ਉੱਥੇ 1 ਕਰੋੜ ਚ। ਤੇ ਤੁਸੀਂ ਗਰੀਬ ਬੱਚੇ ਨੂੰ ਸਮਝ ਸਕਦੇ ਕਿ ਕੋਈ ਗਰੀਬ ਬੱਚਾ ਉਸ ਪ੍ਰਾਈਵੇਟ ਕਾਲਜ ਜਾ ਕੇ ਡਾਕਟਰ ਬਣ ਜਾਏਗਾ। ਹੁਣ ਜਦੋਂ ਭਾਰਤ ਦੇ ਵਿੱਚ 150 ਵਿਦੇਸ਼ੀ ਯੂਨੀਵਰਸਿਟੀਆਂ ਲਾਈਨ 'ਚ ਲੱਗੀਆਂ ਹੋਈਆਂ, 40 ਯੂਨੀਵਰਸਿਟੀਆਂ ਨੇ ਮਹਾਰਾਸ਼ਟਰ ਸਰਕਾਰ ਤੋਂ ਜ਼ਮੀਨ ਮੰਗੀ ਹੈ ਕਿ ਸਾਨੂੰ ਯੂਨੀਵਰਸਿਟੀਆਂ ਖੋਲਣ ਦੇ ਦਿਓ। ਤੇ ਜਿਹੜੀ ਸਿੱਖਿਆ ਨੀਤੀ ਖਤਰੇ ਦੀ ਘੰਟੀ ਇਹ ਹੈ ਕਿ ਇਹ ਜਿਹੜਾ ਸਿੱਖਿਆ ਆਯੋਗ ਬਣਾਇਆ ਜਾਏਗਾ, ਰਾਸ਼ਟਰੀ ਸਿੱਖਿਆ ਆਯੋਗ, ਇਹਦਾ ਚੇਅਰਮੈਨ ਪ੍ਰਧਾਨ ਮੰਤਰੀ ਹੋਏਗਾ, ਇਹਦਾ ਜਿਹੜਾ ਉਪ ਚੇਅਰਮੈਨ ਹੈ ਸਿੱਖਿਆ ਮੰਤਰੀ ਹੋਏਗਾ। ਤੇ ਸਿੱਖਿਆ ਮੰਤਰੀ ਸਾਡੇ ਦੇਸ਼ ਕੌਣ ਬਣਦਾ? ਪ੍ਰਧਾਨ ਮੰਤਰੀ ਸਾਡੇ ਦੇਸ਼ ਕੌਣ ਬਣਦਾ? ਕੀ ਉਹਦੀ ਕੋਈ ਏਦਾਂ ਦੀ ਬੈਕਗ੍ਰਾਉਂਡ ਹੈ? ਤੇ ਸਾਡੇ ਦੇ ਮਿਨਿਸਟਰਾਂ ਦੇ ਉੱਤੇ ਏਦਾਂ ਦੇ ਧੱਬੇ ਲੱਗਦੇ ਆ, ਰੌਲਾ ਪੈਂਦਾ ਰਹਿੰਦਾ ਇਹਦੀ ਯੂਨੀਵਰਸਿਟੀ ਜਾਲੀ ਹੈ, ਇਹਦੀ ਡਿਗਰੀ ਜਾਲੀ ਹੈ। ਕੀ ਫਿਰ ਦੂਜੀ ਗੱਲ, ਜਿਹੜਾ 50% ਜਿਹੜਾ ਉਸ ਯੋਗ ਦੇ ਵਿੱਚ 50% ਜਿਹੜਾ ਹਿੱਸਾ ਰਾਜਸੀ ਲੋਕਾਂ ਦਾ ਰਹੇਗਾ। ਫਿਰ ਇੱਕ ਰਾਜਸੀ ਲੋਕ ਹੈ, ਦੂਜੇ ਹੈਗੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਸ ਕਮਿਸ਼ਨ ਦੇ ਵਿੱਚ। ਰਾਜਸੀ ਬੰਦਾ ਜਦੋਂ ਉੱਥੇ ਪ੍ਰਧਾਨ ਮੰਤਰੀ ਬੈਠਾ ਜਾਂ ਸਿੱਖਿਆ ਮੰਤਰੀ ਬੈਠਾ ਤਾਂ ਇੱਕ ਪ੍ਰੋਫੈਸਰ ਦੀ ਕੀ ਹਿੰਮਤ ਹੈ? ਫਿਰ ਜਿਹੜੀ ਮੈਨੂੰ ਇਹ ਖਤਰੇ ਦੀ ਬੂ ਇੱਥੇ ਨਜ਼ਰ ਆ ਰਹੀ ਹੈ ਕਿ ਜਿਹੜਾ ਇੱਕ ਭਾਰਤ ਨੂੰ ਇੱਕ ਧਰਮ ਦੇ ਜਿਹੜੇ ਸੈਕੂਲਰਿਜ਼ਮ ਤੋਂ ਤੋੜ ਕੇ ਇੱਕ ਧਰਮ ਵੱਲ ਲੈ ਕੇ ਜਾਣਾ, ਜਿਹੜਾ ਜਦੋਂ NCERT ਦੀ ਕਿਤਾਬਾਂ ਦੇ ਵਿੱਚ ਸਿਲੇਬਸ ਬਦਲਿਆ ਜਾ ਰਿਹਾ, ਜਦੋਂ ਪ੍ਰਾਇਮਰੀ ਸਕੂਲਾਂ ਦੇ ਸਿਲੇਬਸ ਦੇ ਵਿੱਚ ਕਿਤਾਬਾਂ ਬਦਲੇ ਜਾ ਰਿਹਾ, ਉਹ ਰੋਜ਼ ਹੀ ਰੌਲਾ ਪੈ ਰਿਹਾ। ਫਿਰ ਦੂਜੀ ਗੱਲ, ਇਸ ਬਹੁਤ ਵੱਡੀ ਇੱਕ ਨੁਕਸ ਹੈ ਕਿ ਜਿਹੜੀ ਕਾਲਜ ਹੈ, ਕਾਲਜ ਨੂੰ ਕਿਸੇ ਯੂਨੀਵਰਸਿਟੀ ਨਾਲ ਐਫੀਲੀਏਸ਼ਨ ਦੀ ਲੋੜ ਨਹੀਂ, ਤੂੰ ਆਪਣੀ ਮਰਜ਼ੀ ਨਾਲ ਕੋਈ ਸਰਟੀਫਿਕੇਟ ਦੇ ਸਕਦਾ। ਫਿਰ ਹੋਏਗਾ ਕੀ ਜਿਹਦਾ ਅੱਜ ਹੋ ਰਿਹਾ ਕੁਝ ਕਾਲਜਾਂ ਦਾ ਕਿ ਫੀਸ ਦਿਓ, ਐਡਮਿਸ਼ਨ ਕਰਾਓ, ਕਾਲਜ ਆਓ ਭਾਵੇਂ ਨਾ ਆਓ, ਪੇਪਰ ਦੋ ਤੇ ਸਰਟੀਫਿਕੇਟ ਲੈ ਜਾਓ। ਫਰਜ਼ੀ ਡਿਗਰੀਆਂ ਦਾ ਜਿਹੜਾ ਚਲਨ ਉਹ ਵਧੇਗਾ ਤੁਹਾਡੇ ਕਹਿਣ। ਅੱਛਾ ਕੱਕੜ ਸਾਹਿਬ, ਇੱਕ ਸਰਕਾਰ ਨੇ ਇੱਕ ਹੋਰ ਵੀ ਟੀਚਾ ਮੱਥਿਆ, ਗ੍ਰੋਸ ਐਨਰੋਲਮੈਂਟ ਰੇਸ਼ੋ, ਇਹ ਕੀ ਹੈ? ਇਹ ਕਿਵੇਂ ਚੱਲੇਗਾ, ਕਿੱਦਾਂ ਅੱਗੇ ਵਧੇਗਾ? ਬੇਸਿਕਲੀ ਇਹਦੇ ਚ ਦੋ ਚੀਜ਼ਾਂ ਉਹਨਾਂ ਨੇ ਕੇਟਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਚ ਦੋ ਚੀਜ਼ਾਂ ਡਿਸਕਸ ਕੀਤੀਆਂ ਗਈਆਂ, ਇੱਕ ਹੈਗੀ ਐਨਰੋਲਮੈਂਟ, ਇੱਕ ਹੈਗੀ ਡ੍ਰੌਪ ਆਊਟ ਰੇਸ਼ੋ। ਇੱਕ ਤਾਂ ਪਹਿਲਾਂ ਜਿਹੜਾ ਸਾਡਾ ਰਾਈਟ ਟੂ ਐਜੂਕੇਸ਼ਨ ਸੀ, ਉਹਦੇ ਚ ਸੀਗਾ ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਮਤਲਬ ਜ਼ਰੂਰੀ ਸੀਗਾ ਕਿ ਹਰੇਕ ਬੱਚੇ ਨੂੰ ਸਿੱਖਿਆ ਮਿਲਣੀ ਹੀ ਚਾਹੀਦੀ ਹੈ। ਉਹਨੂੰ ਵਧਾ ਕੇ ਹੁਣ ਇਹਨਾਂ ਨੇ ਪ੍ਰੈਪ ਤੋਂ ਲੈ ਕੇ 12ਵੀਂ ਤੱਕ ਇਹ ਜ਼ਰੂਰੀ ਕਰ ਦਿੱਤਾ ਕਿ ਹਰੇਕ ਬੰਦੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ। ਤੇ ਜਿਹੜੀ ਉਹਦੇ ਵਿੱਚ ਐਨਰੋਲਮੈਂਟ ਹੁੰਦੀ ਹੈ ਸਕੂਲਾਂ ਦੇ ਵਿੱਚ, ਉਹ ਜਿਹੜੀ ਆਲਮੋਸਟ 24% ਦੇ ਕਰੀਬ ਸੀ, ਉਹਨੂੰ ਹੌਲੀ ਹੌਲੀ ਵਧਾ ਕੇ 50% ਤੱਕ ਲੈ ਕੇ ਜਾਣ ਦਾ ਇਹਨਾਂ ਦਾ ਟੀਚਾ ਹੈ। ਤੇ ਦੂਸਰਾ 8ਵੀਂ ਕਲਾਸ ਤੱਕ ਪਹੁੰਚਦੇ ਪਹੁੰਚਦੇ ਬਹੁਤ ਹੱਦ ਤੱਕ ਬੱਚੇ ਸੀਗੇ ਜੋ ਡ੍ਰੌਪ ਕਰ ਜਾਂਦੇ ਸੀਗੇ, ਕੋਈ ਘਰੇਲੂ ਕਾਰਨ ਕਰਕੇ, ਫਾਈਨੈਂਸ਼ੀਅਲ ਰੀਜ਼ਨਸ ਕਰਕੇ। ਤੇ ਉਹ ਚੀਜ਼ ਦਾ ਵੀ ਇੱਕ ਟੀਚਾ ਮੱਥਿਆ ਗਿਆ ਕਿ ਡ੍ਰੌਪ ਆਊਟ ਰੇਸ਼ੋ ਨੂੰ ਜਿੰਨਾ ਘੱਟ ਤੋਂ ਘੱਟ ਕੀਤਾ ਜਾ ਸਕੇ ਤਾਂ ਕਿ ਬੱਚੇ ਮੁੱਢਲੀ ਸਿੱਖਿਆ ਤੋਂ ਅੱਗੇ ਆ ਕੇ ਹਾਇਰ ਐਜੂਕੇਸ਼ਨ ਵੱਲ ਜ਼ਿਆਦਾ ਤੋਂ ਜ਼ਿਆਦਾ ਜਾ ਸਕਣ। ਅੱਛਾ, ਇੱਕ ਮਦਰ ਟੰਗ ਦੀ ਵੀ ਗੱਲ ਚੱਲੀ ਸੀ, ਮਦਰ ਸੋਫਤ ਸਾਹਿਬ ਨੇ ਕਿਹਾ ਸੀ, ਮਦਰ ਟੰਗ ਬਾਰੇ ਵੀ ਡਿਟੇਲ ਚ ਦੱਸੋ। ਬੇਸਿਕਲੀ ਸਰ ਇੱਕ ਬੜਾ ਚਰਚਾ ਦਾ ਵਿਸ਼ਾ ਰਿਹਾ ਜਿਹਨੂੰ ਆਪਾਂ ਕਹਿੰਦੇ ਆ 3 ਭਾਸ਼ਾਈ ਫਾਰਮੂਲਾ। 2019 ਦੇ ਵਿੱਚ ਐਕਚੁਅਲੀ ਜਿਹੜਾ ਡਰਾਫਟ ਆਇਆ ਸੀ ਲਾਸਟ ਈਅਰ, ਉਹਦੇ ਚ ਇੱਕ 3 ਭਾਸ਼ਾਈ ਫਾਰਮੂਲਾ ਦਿੱਤਾ ਗਿਆ ਸੀ, ਜਿਹਦੇ ਚ ਸੀਗਾ ਇੰਗਲਿਸ਼, ਹਿੰਦੀ ਤੇ ਇੱਕ ਕੋਈ ਰੀਜਨਲ ਲੈਂਗੁਏਜ ਹੋਈ ਜੀ। ਬਟ ਉਹਦੇ ਨੂੰ ਰਿਲੇਟਡ ਬਹੁਤ ਸਾਰੀਆਂ ਸਟੇਟਸ ਨੇ, ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇੱਕ ਤੌਖਲਾ ਜ਼ਾਹਿਰ ਕੀਤਾ, ਇੱਕ ਚਿੰਤਾ ਜ਼ਾਹਿਰ ਕੀਤੀ ਕਿ ਕਿਤੇ ਸਿੱਧੇ ਢੰਗ ਨਾਲ ਆਪਣਾ ਕੋਈ ਹਿੰਦੀ ਥੋਪਣ ਦਾ ਜਾਂ ਹਿੰਦੂਤਵ ਥੋਪਣ ਦਾ ਏਜੰਡਾ ਤਾਂ ਨਹੀਂ ਹੈ। ਤਾਂ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਤੇ ਬੈਕਫੁੱਟ ਤੇ ਸਰਕਾਰ ਆਈ ਹੈ ਔਰ ਸਰਕਾਰ ਨੇ ਆਪਣੀ ਨੀਤੀ 'ਚ ਬਦਲਾਅ ਕੀਤਾ। ਜਿਹੜੀ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਉਹਦੇ 'ਚ ਸਰਕਾਰ ਨੇ ਜੋ ਭਾਸ਼ਾ ਦੀ ਚੋਣ ਕਰਨ ਦਾ ਹੈ ਉਹ ਸਾਰਾ ਸਟੇਟ ਗਵਰਨਮੈਂਟ ਦੀ ਚੋਣ ਤੇ ਛੱਡਤਾ। ਉਹਨਾਂ ਨੇ ਕਿਹਾ ਜੀ 3 ਭਾਸ਼ਾਵਾਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ, ਬਟ ਇੱਕ ਸ਼ਰਤ ਹੈ ਕਿ 3 ਚੋਂ ਜਿਹੜੀਆਂ 2 ਭਾਸ਼ਾਵਾਂ ਹੈ ਉਹ ਹਿੰਦੁਸਤਾਨ ਦੀਆਂ ਜਿਹੜੀਆਂ ਮੂਲ ਭਾਸ਼ਾਵਾਂ ਨੇ, ਜਿਹੜੀਆਂ ਰੀਜਨਲ ਲੈਂਗੁਏजेस ਆ, ਉਹ ਹੋਣੀਆਂ ਚਾਹੀਦੀਆਂ। ਇੱਕ ਤੁਸੀਂ ਕੋਈ ਵੀ ਫੋਰਨ ਲੈਂਗੁਏਜ ਟੀਚ ਕਰ ਸਕਦੇ। ਤੇ ਫੈਰੀ ਸਾਹਿਬ, ਮੈਂ 1966 ਤੋਂ ਸੁਣਦਾ ਆ ਰਿਹਾ ਕਿ GDP ਦਾ ਜਿਹੜਾ 6% ਹੈ ਉਹ ਸਿੱਖਿਆ ਦੇ ਉੱਤੇ ਖਰਚ ਕੀਤਾ ਜਾਵੇ। 1966 2020 ਆ ਗਿਆ, ਬਹੁਤ ਸਾਰਾ ਸਮਾਂ ਨਿਕਲ ਗਿਆ, ਅੱਜ ਤੱਕ 3% ਵੀ GDP ਦਾ ਜਿਹੜਾ ਸਾਡਾ ਉਹ ਐਜੂਕੇਸ਼ਨ ਤੇ ਖਰਚ ਨਹੀਂ ਕੀਤਾ ਜਾ ਰਿਹਾ।
ਕੀ ਕਾਰਨ ਮੰਨਦੇ ਹੋ ਇਹਦੇ ਵਿੱਚ? ਦੇਖੋ ਇਸ ਤੇ ਤਾਂ ਕਾਫੀ ਪ੍ਰੈਸ਼ਰ ਨਾਲ ਮਤਲਬ ਜਦੋਂ ਆਹ ਪਾਲਿਸੀ ਅਨਾਉਂਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ 6% ਜਿਹੜਾ GDP ਦਾ ਕਿ ਇਸ ਨੂੰ ਲੈ ਕੇ ਆਏ ਕਿ 6% GDP ਦਾ ਯੂਜ਼ ਕੀਤਾ ਜਾਏਗਾ, ਜਦ ਕਿ ਇਹ 1966 ਤੋਂ 6% ਹੈ। ਜਦ ਤੇ ਇਸ ਚੀਜ਼ ਬਾਰੇ ਪਾਲਿਸੀ ਟੋਟਲੀ ਸਾਇਲੈਂਟ ਹੈ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕਿਵੇਂ ਕਰਨਗੇ, ਫੰਡਸ ਕਿੱਥੋਂ ਲੈ ਕੇ ਆਣਗੇ, ਕਿਵੇਂ ਗਵਰਨਮੈਂਟ ਇਸ ਚੀਜ਼ ਨੂੰ ਫਾਈਨੈਂਸ ਮਿਨਿਸਟਰੀ ਤੋਂ ਕਿਸ ਤਰੀਕੇ ਨਾਲ ਡੀਲ ਕਰੇਗੀ, ਤਾਂ ਟੋਟਲੀ ਇਸ ਚੀਜ਼ ਦੇ ਉੱਤੇ ਸਾਇਲੈਂਟ ਹੈ। ਉਹੀ ਤੁਹਾਨੂੰ ਮੈਂ ਕਿਹਾ ਕਿ ਕਾਫੀ ਲੂਪ ਹੋਲਸ ਵੀ ਨੇ ਇਸ ਜਿਹੜੀ ਪਾਲਿਸੀ ਆਈ ਹੈ। ਇੱਕ ਤਾਂ ਆਹੀ ਲੂਪ ਹੋਲ ਹੋ ਗਿਆ ਕਿ ਜਿਹੜੇ ਫਾਈਨੈਂਸ਼ੀਅਲ ਇਹਨਾਂ ਨੇ ਕਿਹਾ ਕਿ 6% GDP ਦਾ ਇਹ ਨਹੀਂ ਉਸ ਤੋਂ ਇਲਾਵਾ ਵੀ ਕਾਫੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਪਾਲਿਸੀ ਦੇ ਵਿੱਚ ਬਹੁਤ ਵਧੀਆ ਚਲੋ ਲਿਖ ਕੇ ਮਤਲਬ ਕਾਫੀ ਕੁਝ ਆ ਗਿਆ ਕਿ ਹੁਣ ਇਹ ਚੀਜ਼ ਇੰਪਲੀਮੈਂਟ ਵੀ ਹੋਵੇ, ਇਹ ਨਾ ਹੋਵੇ ਕਿ ਸਿਰਫ ਕਾਗਜ਼ਾਂ 'ਚ ਬਣੀ ਰਹਿ ਜਾਵੇ। ਜਿਹੜੀਆਂ ਸਟੇਟਸ ਹੈ ਇਸ ਪਾਲਿਸੀ ਨੂੰ ਐਕਸੈਪਟ ਕਰ ਰਹੀਆਂ ਜਾਂ ਜਿਵੇਂ ਅੱਜ ਤੱਕ ਹੁੰਦਾ ਆਇਆ ਕਿ ਆਪੋਜੀਸ਼ਨ ਦੀ ਗਵਰਨਮੈਂਟ ਹੈ ਤਾਂ ਉਹਨੂੰ ਅਪੋਜ਼ ਹੀ ਕਰਨੀ ਹੈ? ਦੇਖੋ ਜਿਵੇਂ ਜਿਹੜੀ ਇਹ ਪਾਲਿਸੀ ਹੈ ਸਟੇਟਸ ਦੇ ਉੱਤੇ ਬਾਉਂਡ ਉਦੋਂ ਹੋਏਗੀ ਜਦੋਂ ਇਹ ਕਿਸੇ ਤਰੀਕੇ ਕੋਈ ਲਾਅ ਇਸ ਦੇ ਉੱਤੇ ਬਣਾਉਣ। ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਇਹ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਜਿਹੜੀ ਇਹ ਪਾਲਿਸੀ ਬਣਾਈ ਹੈ ਇਹਦੀ ਜਗ੍ਹਾ ਤੇ ਇਹਨੂੰ ਲਾਅ ਬਣਾਉਂਦੇ ਕਿ ਇਹਨੂੰ ਪਾਸ ਕਰਵਾਉਂਦੇ ਪਾਰਲੀਮੈਂਟ ਦੇ ਵਿੱਚੋਂ ਤੇ ਲਾਅ ਬਣਾਉਂਦੇ ਤਾਂ ਉਹ ਹੋ ਜਾਂਦਾ ਬਾਉਂਡ ਹੋ ਜਾਂਦੀ ਸਟੇਟਸ ਕਿ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਨ ਦੇ ਲਈ। ਹੁਣ ਜਿਹੜੀ ਸਟੇਟਸ ਨੇ ਉਹ ਬਾਉਂਡ ਨਹੀਂ ਹੈਗੀਆਂ, ਉਹ ਇਸ ਚੀਜ਼ ਨੂੰ ਮਤਲਬ ਉਹਨਾਂ ਦੀ ਮਰਜ਼ੀ ਹੈ ਕਿ ਉਸ ਚੀਜ਼ ਨੂੰ ਐਕਸੈਪਟ ਕਰਨ ਜਾਂ ਨਾ ਕਰਨ। ਤੇ ਦਾਊਂ ਸਾਹਿਬ ਤੁਸੀਂ ਬਾਰ-ਬਾਰ ਜਿਹੜਾ ਪ੍ਰਾਈਵੇਟਾਈਜੇਸ਼ਨ ਵੱਲ ਦੀਆਂ ਗੱਲਾਂ ਕਰ ਰਹੇ ਹੈ ਜੀ, ਤੇ ਇਹਨਾਂ ਦੇ ਜੋ ਟੀਚਾ ਵੀ ਮਿੱਥਿਆ ਹੈ ਇਸ ਪਾਲਿਸੀ ਦੇ ਤਹਿਤ 2040 ਦਾ ਮਿੱਥਿਆ ਜੀ। ਤੇ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਬਾਹਰਲੀਆਂ ਯੂਨੀਵਰਸਿਟੀਆਂ ਲਾਈਨਾਂ 'ਚ ਲੱਗੀਆਂ ਵੀ ਹੈ ਕਿ ਜੋ ਮੋਦੀ ਸਰਕਾਰ ਹੈ ਉਹ ਆਪਣਾ ਜੋ ਸਿੱਖਿਆ ਦਾ ਖਰਚਾ ਹੈ ਉਹ ਘਟਾਉਣ ਵਾਸਤੇ ਸਾਰਾ ਕੁਝ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖਿਆ ਟੋਟਲੀ ਪ੍ਰਾਈਵੇਟਾਈਜੇਸ਼ਨ ਵੱਲ ਵੱਧ ਜਾਏਗੀ? ਦੇਖੋ ਜੀ, ਜਦੋਂ USSR ਟੁੱਟਿਆ 90 ਦੇ ਦਹਾਕੇ 'ਚ, ਉਸ ਤੋਂ ਬਾਅਦ ਹੀ ਵਰਲਡ ਬੈਂਕ ਨਾਲ ਸਮਝੌਤੇ ਹੋਏ ਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸਮਝੌਤੇ ਹੋਏ ਆ, ਗੈਟ ਵਰਗੇ ਐਗਰੀਮੈਂਟ ਸਮਝੌਤੇ ਹੋਏ ਆ। ਉਹਨਾਂ ਸਮਝੌਤਿਆਂ ਦੇ ਵਿੱਚ ਇੰਡੀਆ 'ਚ ਜਦੋਂ ਇਨਵੈਸਟਮੈਂਟ ਆਣੀ ਹੈ ਤਾਂ ਸਰਕਾਰੀ ਰਿਆਇਤਾਂ ਖਤਮ ਕਰਨਾ ਕੰਪਲਸਰੀ ਹੈ, ਪੈਨਸ਼ਨ ਸਕੀਮਾਂ ਖਤਮ ਕਰਨਾ ਕੰਪਲਸਰੀ ਹੈ, ਪ੍ਰਾਈਵੇਟੇਸ਼ਨ ਵਾਸਤੇ ਦਰਵਾਜ਼ੇ ਖੋਲਣੇ ਕੰਪਲਸਰੀ ਹੈ। ਤਾਂ ਜਿਹੜੇ ਪ੍ਰਾਈਵੇਟ ਪਲੇਅਰ ਹੈ ਇਸ ਸਮੇਂ ਦਾ ਸਾਡੇ ਨਾਲ ਬੈਠੇ ਇੱਕ ਛੋਟੀ ਜਿਹੀ ਪ੍ਰਾਈਵੇਟ ਯੂਨੀਵਰਸਿਟੀ ਨਾਲ ਹੈ, ਕੱਲ ਨੂੰ ਜਦੋਂ ਰਿਲਾਇੰਸ, ਅੰਬਾਨੀ, ਅਦਾਨੀ ਦੇ ਯੂਨੀਵਰਸਿਟੀਆਂ ਤੇ ਕਾਲਜ ਜਾਣਾ, ਸਰਕਾਰ ਨੇ ਕਹਿੰਦਾ ਕਿ ਸਿਲੇਬਸ ਵੀ ਉਹਨਾਂ ਦੀ ਮਰਜ਼ੀ ਦਾ ਰਹੇਗਾ, ਕੋਈ ਕੰਟਰੋਲ ਨਹੀਂ ਹੈ। ਫਿਰ ਜਿਹੜੇ ਠੇਕੇਦਾਰੀ ਸਿਸਟਮ ਹੈ, ਸਾਡਾ ਇੱਕ ਪ੍ਰੋਫੈਸਰ 15-20 ਸਾਲ ਨੌਕਰੀ ਕਰਕੇ ਮਰਨ ਤੱਕ ਪੈਨਸ਼ਨ ਲੈਂਦਾ ਸੀ। ਜਦੋਂ ਪ੍ਰਾਈਵੇਟ ਕਾਲਜ ਹੈ, ਪ੍ਰਾਈਵੇਟ ਯੂਨੀਵਰਸਿਟੀ ਹੈ, ਉਹਨੂੰ ਬੇਸਿਕ ਪੇ 15,000 20,000 21,000 ਮਿਲਦੀ ਹੈ ਤਾਂ ਸ਼ੋਸ਼ਣ ਹੋ ਰਿਹਾ, ਹਾਇਰ ਐਂਡ ਫਾਇਰ ਕਿ ਕੱਲ ਕੱਢਦੇ ਤੇ ਪਰਸੋਂ ਕੱਢ ਦਿਓ। ਜਦੋਂ ਪ੍ਰਾਈਵੇਟ ਸਿਸਟਮ ਇਸ ਤਰੀਕੇ ਨਾਲ ਆਏਗਾ ਤਾਂ ਅਮੀਰ ਤੇ ਗਰੀਬ ਦਾ ਜਿਹੜਾ ਪਾੜਾ ਹੈ, ਇੱਕ ਬਹੁਤ ਵੱਡਾ ਵਰਗ ਜਿਹੜਾ ਉੱਚ ਸਿੱਖਿਆ ਲੈਣ ਤੋਂ ਵਾਂਝੇ ਰਹਿ ਜਾਏਗਾ। ਕਿ ਅੱਜ ਵੀ ਜਿੱਦਾਂ ਹੁਣ ਤੁਸੀਂ ਸਕੂਲ ਫੀਸਾਂ ਦਾ ਰੇਟ ਕਾ ਸੁਣਦੇ ਆ, ਕੋਈ ਵੀ ਪ੍ਰਾਈਵੇਟ ਅਦਾਰਾ ਇਹ ਨਹੀਂ ਚਾਹੁੰਦਾ ਮੇਰਾ ਪ੍ਰੋਫਿਟ ਕਰੇ, ਇਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਨੂੰ ਕੋਈ ਛੋੜ ਦੇਦਾ ਮਾੜੀ ਮੋਟੀ। ਜਦੋਂ ਹੁਣ 2 ਮਹੀਨੇ ਦੀ ਸਕੂਲ ਫੀਸਾਂ ਦੇ ਰੇਟ ਕੇ ਕਰਕੇ ਲੱਖਾਂ ਬੱਚਿਆਂ ਦੇ ਜਿਹੜੇ ਸੜਕਾਂ ਤੇ ਰੋਲ ਰਹੇ ਆ, ਤੇ ਜਦੋਂ ਇਹ ਪ੍ਰਾਈਵੇਟ ਅਦਾਰੇ ਇਸ ਤਰੀਕੇ ਨਾਲ ਆ ਜਾਣਗੇ, ਇਹ ਬਿਲਕੁਲ ਵੀ ਉਹਨਾਂ ਗਰੀਬ ਵਰਗ ਨੂੰ ਕੋਈ ਐਜੂਕੇਸ਼ਨ ਨਹੀਂ ਦੇ ਪਾਣਗੇ। ਤੇ ਸਰਕਾਰਾਂ ਦੀ ਮਰਜ਼ੀ, ਯੂਨੀਵਰਸਿਟੀਆਂ ਦੀ ਮਰਜ਼ੀ ਦੇ ਮੁਤਾਬਕ ਸਿਲੇਬਸ ਹੋਣਗੇ। ਸਿਲੇਬਸ ਐਦਾਂ ਦੇ ਹੋਣਗੇ ਜਿੱਦਾਂ ਕਰਨਾਟਕ ਦੇ ਵਿੱਚ 7ਵੀਂ ਕਲਾਸ ਦੇ ਸਿਲੇਬਸ ਦੇ ਵਿੱਚੋਂ ਟੀਪੂ ਸੁਲਤਾਨ ਦਾ ਚੈਪਟਰ ਕੱਢ ਦਿੱਤਾ ਗਿਆ, ਕਾਰਨ ਉਹ ਧਰਮ ਨਿਰਪੱਖਤਾ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ। ਜਾਂ ਫਿਰ ਕੋਈ ਇੱਕ ਕੱਟੜ ਧਾਰਮਿਕ ਨੇਤਾ ਕਿਸੇ ਸਟੇਟ ਤੇ ਕਾਬੂ ਹੋ ਗਿਆ ਤਾਂ ਉਹ ਆਪਣੇ ਧਰਮ ਨੂੰ ਉੱਪਰ ਚੱਕਣ ਵਾਸਤੇ ਜੋ ਮਰਜ਼ੀ ਕਿਤਾਬਾਂ 'ਚ ਘੁਸਪੈਠ ਕਰਦੇ, ਉਹ ਕਾਲਪਨਿਕ ਕਹਾਣੀਆਂ ਲਿਖੇ, ਉਹ ਕੋਈ ਆਪਣੇ ਧਰਮ ਨੂੰ ਉੱਚਾ ਚੱਕਣ ਵਾਸਤੇ ਜੋ ਮਰਜ਼ੀ ਝੂਠੀਆਂ ਕਹਾਣੀਆਂ ਲਿਖੇ। ਅਸੀਂ ਉਹਦੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਜਿਹੜੀ ਸਾਡੀ ਬੇਸ ਹੈ, ਸਾਡੀ ਨੀਂਹ ਹੈ, ਉਹ ਸਾਡੇ ਲੋਕਾਂ ਦੀ ਕਮਜ਼ੋਰ ਹੋਏਗੀ ਤੇ ਇੱਕ ਕੰਪੀਟੀਸ਼ਨ ਦੇ ਵਿੱਚ ਇੱਕ ਉੱਪਰਲਾ ਵਰਗ ਹੀ ਅੱਗੇ ਜਾਏਗਾ, ਪ੍ਰਾਈਵੇਟ ਕਾਲਜਾਂ ਵਾਲਾ, ਪ੍ਰਾਈਵੇਟ ਸਕੂਲਾਂ ਵਾਲਾ, ਗਰੀਬ ਵਰਗ ਮਾਰਿਆ ਜਾਏਗਾ। ਬਿਲਕੁਲ, ਗਰੀਬ ਵਰਗ ਮਾਰਿਆ ਜਾਏਗਾ। ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਦਾਅਵਾ ਕਰ ਰਹੀ ਹੈ ਕਿ ਜੋ ਉਹਨਾਂ ਦੇ ਆਉਣ ਵਾਲਾ ਭਵਿੱਖ ਹੈ ਦੇਸ਼ ਦਾ, ਬੱਚੇ ਹੈ, ਉਹਨਾਂ ਨੂੰ 6ਵੀਂ ਕਲਾਸ ਤੋਂ ਹੀ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਏਗੀ। ਤੇ ਕਿੱਤਾ ਮੁਖੀ ਸਿੱਖਿਆ ਕੱਕੜ ਸਾਹਿਬ ਕਿੱਦਾਂ ਇੰਪਲੀਮੈਂਟੇਸ਼ਨ ਹੋਏਗੀ? ਅੱਜ ਤੱਕ ਦੇ ਸਾਡੇ ਜਿਹੜੇ ਬੱਚੇ ਸੀ 6ਵੀਂ ਕਲਾਸ 'ਚ ਤਾਂ ਉਹਨਾਂ ਨੂੰ ਅੰਗਰੇਜ਼ੀ ਪੜ੍ਹਨੀ ਸਿਖਾਈ ਜਾਂਦੀ ਸੀ। ਬਿਲਕੁਲ, ਦੇਖੋ ਜੀ, ਇਹ 'ਚ 2-3 ਚੀਜ਼ਾਂ ਹੈਗੀਆਂ। ਇੱਕ ਤਾਂ ਕਿੱਤਾ ਮੁਖੀ ਤੇ ਆਪਾਂ ਪਹਿਲਾਂ ਗੱਲ ਕਰਦੇ, ਜਿਹਨੂੰ ਆਪਾਂ ਵੋਕੇਸ਼ਨਲ ਐਜੂਕੇਸ਼ਨ ਕਹਿੰਦੇ ਆ। ਪਹਿਲਾਂ ਸੀ ਕਿ 9ਵੀਂ ਤੋਂ ਸਬਜੈਕਟ ਸ਼ੁਰੂ ਹੋ ਜਾਂਦੇ ਸੀ ਵੋਕੇਸ਼ਨਲ ਕੋਈ ਨਾ ਕੋਈ, ਬਟ ਹੁਣ ਇਹ ਜਿਹੜਾ ਘਟਾ ਕੇ ਕਰ ਦਿੱਤਾ ਗਿਆ ਕਿ 6ਵੀਂ ਕਲਾਸ ਤੋਂ ਹੀ ਆਪਾਂ ਇੱਕ ਕਿੱਤਾ ਮੁਖੀ ਸਬਜੈਕਟ ਚੂਜ਼ ਕਰ ਸਕਦੇ ਹਾਂ। ਔਰ ਸਰਕਾਰ ਦੀ ਇਹ ਜ਼ਿੰਮੇਵਾਰੀ ਹੋਏਗੀ ਉਹਦੇ ਨਾਲ ਕਿ ਸਿਰਫ ਇਹ ਨਹੀਂ ਕਿ ਬੱਚੇ ਨੇ ਵੋਕੇਸ਼ਨਲ ਸਬਜੈਕਟ ਰੱਖ ਲਏ, ਉਹਨਾਂ ਵੋਕੇਸ਼ਨਲ ਸਬਜੈਕਟ ਦੀ ਪ੍ਰੋਪਰ ਪ੍ਰੋਫੈਸ਼ਨਲ ਟ੍ਰੇਨਿੰਗ ਕਰਾਣੀ, ਉਹ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਉਦਾਂ ਦੇ ਇਕਵਿਪਮੈਂਟ ਲੈ ਕੇ ਆਣੇ, ਉਦਾਂ ਦੀਆਂ ਲੈਬ ਵਰਕਸ਼ਾਪ ਬਣਾਉਣੀਆਂ। ਉਹ ਸਰਕਾਰ ਜ਼ਿੰਮੇਵਾਰੀ ਲੈ ਰਹੀ ਹੈ ਇਸ ਚੀਜ਼ ਦੇ ਨਾਲ।
ਠੀਕ ਹੈ। ਦੂਜਾ ਮੈਂ ਇੱਕ ਪੁਆਇੰਟ ਡਿਸਕਸ ਕਰਨਾ ਚਾਹੁੰਦਾ ਕਿ ਪਹਿਲਾਂ ਐਕਚੁਅਲੀ ਆਪਣੇ ਨਾ ਸਬਜੈਕਟ ਚੋਣ ਦੀ ਬੜੀ ਇੱਕ ਰਿਜਿਡਨੈਸ ਸੀ, ਜਿਹਨੂੰ ਕਠੋਰ ਪ੍ਰਣਾਲੀ ਕਹਿ ਸਕਦੇ ਆ, ਕਿ ਇੱਕ ਟੈਗ ਲੱਗ ਜਾਂਦਾ ਸੀ, ਜਿਵੇਂ ਤੁਸੀਂ ਗਾਜਰੀ ਸਾਹਿਬ ਆਰਟਸ ਦੇ ਸਟੂਡੈਂਟ ਨੇ, ਦਾਊ ਸਾਹਿਬ ਕਮਰਸ ਦੇ ਹੈ, ਇਹ ਸਾਇੰਸ ਦੇ ਨੇ, ਤਾਂ ਇੱਕ ਟੈਗ ਲੱਗ ਜਾਂਦਾ ਸੀ ਔਰ ਆਪਸ 'ਚ ਕੋਈ ਇੰਟਰਕਨੈਕਟ ਨਹੀਂ ਸੀ। ਹੁਣ ਉਹਦੇ 'ਚ ਬੜੀ ਫਲੈਕਸੀਬਿਲਿਟੀ ਲੈ ਕੇ ਆਂਦੀ ਹੈ ਤਾਂ ਕਿ ਬੱਚੇ ਦੇ ਵਿੱਚ ਮਲਟੀ ਡਿਸਪਲਿਨਰੀ ਅਪਰੋਚ ਆ ਸਕੇ, ਬੱਚੇ ਦੇ ਵਿੱਚ ਮਲਟੀ ਡਿਸਪਲਿਨਰੀ ਸਕਿੱਲਸ ਆ ਸਕਣ, ਤਾਂ ਕਿ ਬੱਚਾ ਹਰੇਕ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਫਿੱਟ ਹੋ ਸਕੇ। ਔਰ ਇੱਕ ਹੋਰ ਜੋ ਚੀਜ਼ ਬੜੀ ਮੈਂਡੇਟਰੀ ਕੀਤੀ ਹੈ ਉਹ ਕੀਤਾ ਹੈ ਕਿ +2 ਤੱਕ ਹਰ ਬੱਚੇ ਨੂੰ ਆਪਣੇ ਨਾਲ ਇੱਕ ਨਾ ਇੱਕ ਕੋਈ ਸਕਿੱਲ ਸਿੱਖਣਾ ਜ਼ਰੂਰੀ ਹੈ। ਇਹ ਬੜਾ ਇੱਕ ਇੰਪੋਰਟੈਂਟ ਐਸਪੈਕਟ ਹੈ। 6ਵੀਂ ਕਲਾਸ ਤੋਂ ਹੀ ਇਹ ਸਟਾਰਟ ਹੋ ਜਾਏਗਾ। ਜਿਵੇਂ ਅਸੀਂ ਅਕਸਰ ਹੀ ਜਾਪਾਨ ਦੇ ਸਿੱਖਿਆ ਸਿਸਟਮ ਦੀ ਗੱਲ ਕਰਦੇ ਸੀ, ਬਚਪਨ ਤੋਂ ਅਸੀਂ ਸੁਣਦੇ ਆਏ ਹਾਂ ਕਿ ਉੱਥੇ 6ਵੀਂ ਤੋਂ ਹੀ ਕੁਛ ਨਾ ਕੁਛ ਤਕਨੀਕ ਸਿਖਾਣੀ ਸ਼ੁਰੂ ਹੋ ਜਾਂਦੀ ਹੈ। ਜੇ ਕਿਸੇ ਬੱਚੇ ਦਾ ਮਕੈਨੀਕਲ ਦੇ ਵਿੱਚ ਇੰਟਰਸਟ ਹੈ ਤਾਂ ਮਕੈਨਿਕਸ ਦਾ ਕੰਮ ਕਰ ਰਿਹਾ ਹੈ, ਕਿਸੇ ਬੱਚੇ ਦਾ ਇਲੈਕਟ੍ਰੀਕਲ ਦੇ ਵਿੱਚ ਇੰਟਰਸਟ ਹੈ ਤਾਂ ਇਲੈਕਟ੍ਰੀਕਲ ਦਾ ਕੰਮ ਕਰ ਰਿਹਾ ਹੈ। ਤਾਂ ਉਹ ਸੇਮ ਚੀਜ਼ ਇੱਥੇ ਵੀ ਲਾਗੂ ਕਰਨ ਦੀ ਕੀ ਕੋਸ਼ਿਸ਼ ਤੁਹਾਨੂੰ ਲੱਗਦਾ ਕੀਤੀ ਵੀ ਜਾ ਰਹੀ ਹੈ। ਗਲੋਬਲ ਲੀਡਰ ਬਣਨ ਵੱਲ ਇੰਡੀਆ ਦਾ ਇਹ ਪਹਿਲਾ ਕਦਮ ਹੈ ਜਿਹੜੀ ਇਹ ਨਵੀਂ ਸਿੱਖਿਆ ਨੀਤੀ? ਬਿਲਕੁਲ, ਇਹਨੂੰ ਸ਼ੁਰੂਆਤ ਕਹਿ ਸਕਦੇ ਹਾਂ। ਦੇਖੋ, ਜੇ ਆਪਾਂ ਕਹੀਏ ਕਿ ਕੋਈ ਕੰਪਿਊਟਰ ਦਾ ਸਵਿਚ ਬਟਨ ਨਹੀਂ ਕਿ ਸਰਕਾਰ ਨੇ ਨੱਪਤਾ ਤੇ ਲਾਗੂ ਹੋ ਗਿਆ, ਇਹਦੇ 'ਚ ਬਹੁਤ ਸਾਰੀਆਂ ਅੜਚਣਾਂ ਆਣੀਆਂ। ਸਭ ਤੋਂ ਜਿਹੜੀ ਵੱਡੀ ਅੜਚਣ ਆਣੀ ਉਹ ਹੈ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ, ਕਿਉਂਕਿ ਇਹ ਇੱਕ ਕਨਕਰੈਂਟ ਲਿਸਟ ਦਾ ਸਬਜੈਕਟ ਹੈ। ਔਰ ਸਟੇਟ ਗਵਰਨਮੈਂਟ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਆਪਣੇ ਇੱਕ ਆਪਸ ਦੇ ਵਿੱਚ ਡਿਫਰੈਂਸ ਹੁੰਦੇ ਆ, ਉਹਨੂੰ ਲਾਗੂ ਕਰਾਉਣਾ, ਸਟੇਟ ਤੇ ਸੈਂਟਰ ਗਵਰਨਮੈਂਟ ਨੂੰ ਇੱਕ ਸਟੇਜ ਤੇ ਲੈ ਕੇ ਆਣਾ, ਇੱਕ ਲਾਈਨ ਤੇ ਲੈ ਕੇ ਆਣਾ, ਸਭ ਤੋਂ ਵੱਡਾ ਆਪਣੇ ਆਪ ਦੇ ਵਿੱਚ ਚੈਲੰਜ ਹੈ। ਹਾਲਾਂਕਿ ਸਰ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੂੰਗਾ ਕਿ ਜਦੋਂ ਇਹ ਸਿੱਖਿਆ ਨੀਤੀ ਬਣਾਈ ਸੀ ਤਾਂ ਉਦੋਂ ਹਰੇਕ ਸਟੇਟ ਨੂੰ ਇਹਦੇ ਵਿੱਚ ਪਾਰਟਨਰ ਬਣਾਇਆ ਗਿਆ ਜੀ। ਤੇ ਫੈਰੀ ਸਾਹਿਬ, ਕੀ ਲੱਗਦਾ ਕਿ ਇਹ ਬੜੀ ਜਲਦੀ ਲਾਗੂ ਹੋ ਜਾਏਗਾ? ਇੱਕ ਜੋ ਇਹਨਾਂ ਨੇ ਗੱਲ ਕਹੀ ਹੈ ਕਿੱਤਾ ਮੁਖੀ ਸਿੱਖਿਆ ਦੀ, ਕਿ 12ਵੀਂ ਤੱਕ ਉਹਨੂੰ ਬੱਚੇ ਨੂੰ ਕੋਈ ਨਾ ਕੋਈ ਸਕਿੱਲ ਆਪਣੇ ਅੰਦਰ ਡਿਵੈਲਪ ਕਰਨੀ ਪਏਗੀ। ਵੀ ਅੱਜ ਦੇ ਹਾਲਾਤ ਦੇਖਦੇ ਹੋਏ ਹਿੰਦੁਸਤਾਨ ਦੇ ਤੁਹਾਨੂੰ ਲੱਗਦਾ ਵੀ ਸਕੂਲ ਇਸ ਪੋਜੀਸ਼ਨ 'ਚ ਹੈਗੇ ਕਿ 2040 ਤੱਕ ਬੱਚਿਆਂ ਨੂੰ ਇਸ ਪੱਧਰ ਤੇ ਲੈ ਜਾਣਗੇ? ਦੇਖੋ, ਇਹ ਚੀਜ਼ ਟੋਟਲੀ ਪੋਸੀਬਲ ਟੋਟਲੀ ਹੈ, ਉਹੀ ਇੰਪਲੀਮੈਂਟੇਸ਼ਨ ਦੀ ਗੱਲ ਹੈ। ਦਿੱਲੀ ਦੇ ਵਿੱਚ ਸੇਮ ਚੀਜ਼ ਆਲਰੇਡੀ ਹੋ ਰਹੀ ਹੈ ਜੀ। ਪਿਛਲੇ 5.5 ਸਾਲ ਤੋਂ ਇਸ ਚੀਜ਼ ਦੇ ਉੱਤੇ ਸਕਿੱਲ ਡਿਵੈਲਪਮੈਂਟ ਦੇ ਉੱਤੇ ਦਿੱਲੀ ਗਵਰਨਮੈਂਟ ਜਿਹੜੀ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਲੈ ਕੇ ਆਏ ਸੀ, ਤੇ ਬੱਚਿਆਂ ਨੂੰ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਉਹਨਾਂ ਨੇ 5th 6th ਕਲਾਸ ਤੋਂ ਸਕਿੱਲ ਡਿਵੈਲਪਮੈਂਟ ਦੇਣੀ ਸ਼ੁਰੂ ਕਰ ਦਿੱਤੀ ਹੋਈ ਹੈ। ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਚੀਜ਼ ਇੰਪਲੀਮੈਂਟ ਹੋਣਾ ਪੋਸੀਬਲ ਨਹੀਂ। ਪੋਲੀਟੀਕਲ ਵਿਲ ਦੀ ਵੀ ਤਾਂ ਬਹੁਤ ਵੱਡੀ ਜ਼ਰੂਰਤ ਬਸ ਇਹ ਬਹੁਤ ਉਹੀ ਉਸੇ ਚੀਜ਼ ਤੇ ਹੈ ਕਿ ਇੰਪਲੀਮੈਂਟੇਸ਼ਨ ਇਹਦੀ ਬਹੁਤ ਜ਼ਿਆਦਾ ਜ਼ਰੂਰੀ। ਇੰਪਲੀਮੈਂਟੇਸ਼ਨ ਲਈ ਪੋਲੀਟੀਕਲ ਵਿਲ ਚਾਹੀਦੀ ਹੈ। ਹੁਣ ਸਿੱਖਿਆ ਦਾ ਜਿਹੜਾ ਬਜਟ ਹੈ ਦਿੱਲੀ ਦੇ ਵਿੱਚ ਤਾਂ ਹੈ 25%, ਐਨੂਅਲ ਜਿਹੜਾ ਬਜਟ ਹੈ 25% ਹੁੰਦਾ। ਜਿਹੜੇ ਬਾਕੀ ਸਟੇਟਸ ਨੇ ਉਹਨਾਂ ਦਾ ਕਿਸੇ ਦਾ 10 ਤੋਂ 12% ਤੋਂ ਉੱਪਰ ਕਿਸੇ ਸਟੇਟ ਦਾ ਨਹੀਂ ਹੈਗਾ। ਤਾਂ ਜਦ ਕਿ ਸਭ ਤੋਂ ਮੇਨ ਜ਼ਰੂਰੀ, ਜੇ ਤੁਸੀਂ ਗਲੋਬਲ ਪਾਵਰ ਬਣਨਾ ਹੈ ਤਾਂ ਤੁਹਾਨੂੰ ਐਜੂਕੇਸ਼ਨ ਦਾ ਜਿਹੜਾ ਬਜਟ ਹੈ, ਜਿਵੇਂ ਉਹ 6% GDP ਦਾ ਇਹਨਾਂ ਨੇ ਕਿਹਾ, ਤਾਂ 6 ਦਾ ਹਜੇ ਅੱਜ ਤੱਕ ਅੱਧਾ ਚੱਲ ਰਿਹਾ, 3 ਨਹੀਂ ਕਦੇ ਪਹੁੰਚਿਆ। ਤਾਂ ਪਹਿਲਾਂ 6 ਤੱਕ ਲੈ ਕੇ ਆਣ ਤੇ ਆਟੋਮੈਟਿਕਲੀ ਗਲੋਬਲ ਪਾਵਰ ਆਪਣੇ ਆਪ ਬਣਾਂਗੇ। ਤੇ ਸੈਲਫ ਇੰਪਲੋਇਮੈਂਟ ਦੀ ਵੀ ਗੱਲ ਹੋ ਰਹੀ ਹੈ। ਕੀ ਲੱਗਦਾ ਕਿ ਜੋ ਆਪਣੀ ਸਰਕਾਰਾਂ ਨੇ ਹੁਣ ਵੀ ਉਹ ਨੌਕਰੀਆਂ ਦੇਣ ਲਈ, ਇੰਪਲੋਇਮੈਂਟ ਖੁਦ ਦੇਣ ਲਈ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਨੇ, ਤੇ ਉਹਨਾਂ ਨੇ ਲੋਕਾਂ ਨੂੰ ਆਪਣੇ ਆਪ ਤੇ ਹੀ ਛੱਡ ਦਿੱਤਾ ਕਿ ਤੁਸੀਂ ਸਿੱਖੋ ਤੇ ਆਪਣਾ ਰੋਜ਼ਗਾਰ ਸ਼ੁਰੂ ਕਰੋ, ਸਰਕਾਰਾਂ ਦੀ ਕੋਈ ਤੁਹਾਨੂੰ ਮਦਦ ਨਹੀਂ ਮਿਲੇਗੀ। ਦੇਖੋ, ਇਹ ਚੀਜ਼ ਤਾਂ ਹੁਣ ਕਾਫੀ ਟਾਈਮ ਤੋਂ ਇਹ ਚੀਜ਼ ਅਨਇੰਪਲੋਇਮੈਂਟ ਜਿਹੜੀ ਹੈ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਕੰਟਰੀ ਦੇ ਵਿੱਚ। ਤੇ ਇਹ ਚੀਜ਼ ਵਧੀਆ ਹੈ ਕਿ ਹਾਂ ਐਜੂਕੇਸ਼ਨ ਪਾਲਿਸੀ ਦੇ ਅੰਦਰ ਲੈ ਕੇ ਆਏ ਨੇ ਕਿ ਸਕਿੱਲ ਡਿਵੈਲਪਮੈਂਟ ਦਾ। ਅਦਰਵਾਈਜ਼ ਤਾਂ ਗਵਰਨਮੈਂਟ ਨੂੰ ਇਹ ਚੀਜ਼ ਬਹੁਤ ਦੇਰ ਪਹਿਲਾਂ ਤੋਂ, ਜੇ ਅਨਇੰਪਲੋਇਮੈਂਟ ਤੁਹਾਡੇ ਤੋਂ ਨਹੀਂ ਕੰਟਰੋਲ ਹੋ ਰਹੀ ਤਾਂ ਉਸ ਦਾ ਇੱਕੋ ਇੱਕ ਤਰੀਕਾ ਹੈ ਸਕਿੱਲ ਡਿਵੈਲਪਮੈਂਟ। ਤੇ ਗਵਰਨਮੈਂਟ ਨੂੰ ਇਸ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਵੀ ਕਰਨਾ ਚਾਹੀਦਾ ਹੈ। ਤੇ ਮੋਦੀ ਸਾਹਿਬ ਨੇ ਸਕਿੱਲ ਡਿਵੈਲਪਮੈਂਟ ਉੱਤੇ ਤਾਂ ਕਾਫੀ ਕੰਮ ਕੀਤਾ। ਉਹਨਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਇਆ, ਮਹਿਕਮਾ ਇਹਦਾ ਵੱਖਰਾ ਬਣਾਇਆ, ਪਰ ਰਿਜ਼ਲਟ ਹੁਣ ਤੱਕ ਕੁਝ ਨਹੀਂ ਨਿਕਲਿਆ ਪਿਛਲੇ 6 ਸਾਲਾਂ 'ਚ। ਉਹੀ ਤੁਹਾਨੂੰ ਕਿਹਾ, ਪੋਲੀਟੀਕਲ ਵਿਲ ਚਾਹੀਦੀ ਹੈ ਨਾ। ਹੁਣ ਇਹ ਸਿਰਫ ਇਹ ਅਨਾਉਂਸਮੈਂਟਸ ਹੁੰਦੀਆਂ ਨੇ, ਸਿਰਫ ਇਹ ਜਿਹੜੀਆਂ ਕਾਗਜ਼ਾਂ ਦੇ ਵਿੱਚ ਅਨਾਉਂਸਮੈਂਟ ਹੁੰਦੀਆਂ ਨੇ ਤੇ ਮੀਡੀਆ ਦੇ ਵਿੱਚ ਆ ਕੇ ਅਨਾਉਂਸਮੈਂਟਸ ਕਰ ਦਿੰਦੇ ਨੇ, ਬਟ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਇਸ ਚੀਜ਼ ਦੇ ਉੱਤੇ ਤਾਂ ਕੋਈ ਇਹਨਾਂ ਤੋਂ ਆਨਸਰ ਕੋਈ ਜੇ ਪੁੱਛਦਾ ਵੀ ਹੈ। ਦਾਊਦ ਸਾਹਿਬ, ਮੈਂ ਤੁਹਾਨੂੰ ਵਿੱਚ ਸ਼ਾਮਿਲ ਕਰਨਾ ਚਾਹੂੰਗਾ, ਕੀ ਕਹੋਗੇ ਇਹਦੇ ਬਾਰੇ ਵੀ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਫੈਰੀ ਸਾਹਿਬ ਨੇ? ਜਿਸ ਤਰ੍ਹਾਂ ਫੈਰੀ ਸਾਹਿਬ ਨੇ ਗੱਲ ਕੀਤੀ ਹੈ, ਸਾਡੇ ਦੇਸ਼ ਦੇ ਵਿੱਚ ਜਿਹੜੀ ਮੌਜੂਦਾ ਕਾਬਜ਼ ਸਰਕਾਰ ਹੈ ਉਹਦੀਆਂ ਸੀਟਾਂ ਪੂਰੀਆਂ ਹੈ, ਫੋਰਮ ਪੂਰਾ ਹੈ, ਰਾਜ ਸਭਾ 'ਚ, ਪਾਰਲੀਮੈਂਟ ਹਰ ਪਾਸੇ ਪੂਰਾ ਹੈ। ਉਹ ਸਿਰਫ ਇੱਕ ਕੈਮਰੇ ਸਾਹਮਣੇ ਆ ਕੇ ਕਹਿੰਦੇ आज रात 12 बजे के बाद नोटबंदी है, ਪਿੱਛੇ ਕੋਈ ਸਲਾਹ ਮਸ਼ਵਰਾ ਨਹੀਂ ਕਰਦੇ। ਫਿਰ ਉਹ ਕਹਿੰਦੇ ਅੱਜ ਇਹ ਸਿੱਖੀ ਹੈ, ਨਵੀਂ ਸਿੱਖਿਆ ਨੀਤੀ ਹੈ। ਵਿਰੋਧੀ ਪਾਰਟੀ ਕਹਿੰਦੇ ਸਾਨੂੰ ਤਾਂ ਪੁੱਛਿਆ ਵੀ ਨਹੀਂ, ਪਾਰਲੀਮੈਂਟ 'ਚ ਕੋਈ ਡਿਸਕਸ਼ਨ ਨਹੀਂ ਹੋਈ, ਠੀਕ ਹੈ ਨੀਚੇ ਤੇ ਕੁਝ ਕੀਤਾ ਹੋਏਗਾ। ਇਹ ਜਦੋਂ
ਆਪਣੀ ਮਰਜ਼ੀ ਨਾਲ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕੋਈ ਵੀ ਪਾਲਿਸੀ ਬਣਾਉਣਗੇ ਬਿਨਾਂ ਖੋਜਬੀਨ ਕੀਤਿਆਂ ਤਾਂ ਉਹਦੇ ਸਿੱਟੇ ਬੁਰੇ नहीं ਨਿਕਲਣਗੇ। ਕੱਕੜ ਸਾਹਿਬ मैं थोड़ा शामिल करना चाहूंगा कि ਕੱਕੜ ਸਾਹਿਬ ਕਹਿ ਰਹੇ ਕਿ 4.5 ਸਾਲ ਦੀ NCERT ਦੇ ਸਰ ਉੱਪਰਲੇ ਕਾਬਜ ਅਹੁਦੇ ਜਦੋਂ ਇੱਕ ਧਰਮ ਦੇ ਪੱਖੀ ਇੱਕ ਸਿਆਸੀ ਪਾਰਟੀ ਦੇ ਪੱਖੀ ਬਿਠਾ ਦਿੱਤੇ ਜਾਣਗੇ ਤਾਂ ਉਹਨਾਂ ਦੀ ਮਰਜ਼ੀ ਦਾ ਸਿਲੇਬਸ ਹੋਏਗਾ, ਉਹਦੇ ਵਿੱਚ ਉਸ ਤਰੀਕੇ ਦੀ ਕੋਈ ਡਿਸਕਸ਼ਨ ਨਹੀਂ ਹੋਵੇਗੀ। ਕੱਕੜ ਸਾਹਿਬ ਸਰ ਦੇਖੋ ਇਹਦੇ ਤੇ ਨਾ ਕੁਝ ਫੈਕਟ ਚੈੱਕ ਕਰਨ ਵਾਲੀਆਂ ਚੀਜ਼ਾਂ ਹੈਗੀਆਂ। ਇੱਕ ਤਾਂ ਮਤਲਬ ਜਿਵੇਂ ਸਰ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪ੍ਰਾਈਵੇਟ ਆ ਜਾਣਗੇ, ਆਪਣੀ ਮਰਜ਼ੀ ਦੇ ਸਿਲੇਬਸ ਬਣਾਉਣਗੇ, ਆਪਣੀ ਮਰਜ਼ੀ ਨਾਲ ਡਿਗਰੀਆਂ ਵੰਡਣਗੇ। ਇਦਾਂ ਦਾ ਨਹੀਂ, ਜਿਹੜੀ ਪਾਲਿਸੀ ਬਣਾਈ ਗਈ ਹੈ ਆਲਮੋਸਟ 450 ਪੇਜ ਦੀ ਇਹ ਪਾਲਿਸੀ ਹੈ। ਹਰੇਕ ਚੀਜ਼ ਦੀ ਇਹਦੇ ਤੇ ਬੜੀ ਕਲੀਅਰ ਕੱਟ ਗਾਈਡਲਾਈਨਸ ਦਿੱਤੀ ਹੈ, ਕਿਹੜੀਆਂ ਬਾਡੀਜ਼ ਹੋਣੀਆਂ ਜਿਹੜੀਆਂ ਅੱਗੇ ਇਹਨਾਂ ਚੀਜ਼ਾਂ ਨੂੰ ਰੈਗੂਲੇਟ ਕਰਨਗੀਆਂ। ਚਾਹੇ ਉਹ ਐਗਜ਼ਾਮ ਨੂੰ ਲੈ ਕੇ ਪਰਖ ਨਾਮ ਦੀ ਇੱਕ ਬਾਡੀ ਬਣਾਈ ਜਾ ਰਹੀ ਹੈ, ਜਾਂ ਫਿਰ NETF ਕਰਕੇ ਨੈਸ਼ਨਲ ਐਜੂਕੇਸ਼ਨਲ ਟੈਕਨੋਲੋਜੀ ਫੋਰਮ ਬਣਾਇਆ ਜਾ ਰਿਹਾ ਜਿਹੜਾ ਇਹਨਾਂ ਸਭ ਚੀਜ਼ਾਂ ਨੂੰ ਰੈਗੂਲੇਟ ਕਰੂਗਾ। ਇਹ ਤਾਂ ਸਮਾਂ ਦੀ ਇੱਕ ਬਾਬੂ ਕਲਚਰ ਥੋੜਾ ਖਤਮ ਕਰ ਰਿਹਾ ਕਿ ਬਹੁਤ ਜ਼ਿਆਦਾ ਜਿਹੜੀਆਂ ਬਾਡੀਜ਼ ਬਣੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਖਤਮ ਕਰਕੇ ਇੱਕ ਸੈਂਟਰਲਾਈਜ਼ਡ ਸਿਸਟਮ ਕਰ ਰਹੇ ਆ। ਸਿਰਫ ਇੱਕ ਬਾਰ ਕੌਂਸਲ ਆਫ ਇੰਡੀਆ ਤੇ ਇੱਕ ਮੈਡੀਕਲ ਕੌਂਸਲ ਆਫ ਇੰਡੀਆ ਰਹਿ ਜਾਣਗੇ, ਬਾਕੀ ਸਾਰਾ ਕੁਝ ਇੱਕ ਅੰਬਰੇਲਾ ਦੇ ਅੰਤਰ ਆ ਜਾਊਗਾ। ਕਿਉਂਕਿ ਹੁਣ ਇੱਕ ਯੂਨੀਵਰਸਿਟੀ ਜਾਂ ਕਾਲਜ ਹੈ, ਉਹਨੂੰ 25 ਥਾਂ ਤੋਂ ਇਨਸਪੈਕਸ਼ਨ ਕਰਾਣੀ ਪੈਂਦੀ ਹੈ, 25 ਥਾਂ ਤੋਂ ਉਹ ਲੈਣਾ ਪੈਂਦਾ, ਔਰ ਤੁਹਾਨੂੰ ਪਤਾ ਹੈ ਕਿ ਬਾਬੂ ਸਿਸਟਮ ਕਿਵੇਂ ਚੱਲਦਾ। ਨਹੀਂ ਪਰ ਇਹ ਚੈੱਕ ਸਿਸਟਮ ਵੀ ਕਹਿ ਸਕਦੇ ਸੀ ਆਪਾਂ ਇਹਨੂੰ। ਬਾਬੂ ਸਿਸਟਮ ਤਾਂ ਠੀਕ ਹੈ, ਲਈ ਤਾਂ ਠੀਕ ਹੈ, ਚੈੱਕ ਸਿਸਟਮ ਵੀ ਤਾਂ ਸੀਗਾ, ਜਗ੍ਹਾ ਜਗ੍ਹਾ ਤੇ ਚੈੱਕ ਹੁੰਦਾ ਸੀਗਾ। ਹੈਰੀ ਸਾਹਿਬ ਤੁਸੀਂ ਕਾਨੂੰਨ ਦੇ ਮਾਹਰ ਹੋ, ਕਿਆ ਬਾਰ-ਬਾਰ ਚੈੱਕ ਨਹੀਂ ਹੋਣਾ ਚਾਹੀਦਾ, ਅਲੱਗ-ਅਲੱਗ ਅਥਾਰਟੀਜ਼ ਨਹੀਂ ਹੋਣੀਆਂ ਚਾਹੀਦੀਆਂ? ਪਤਾ ਇਹ ਕੀ ਚੱਕਰ ਹੈ ਕਿ ਜਿਵੇਂ ਹੁਣ ਐਜੂਕੇਸ਼ਨ ਆਪਾਂ ਕਹਿੰਦੇ ਹਾਂ ਕਿ ਇਸ ਟਾਈਮ ਦੇ ਉੱਤੇ ਸਰਕਾਰੀ ਐਜੂਕੇਸ਼ਨ ਛੱਡ ਕੇ ਪ੍ਰਾਈਵੇਟ ਐਜੂਕੇਸ਼ਨ ਮਹਿੰਗਾ ਕਿਉਂ ਹੈ? ਕਿਉਂਕਿ ਅਲੱਗ-ਅਲੱਗ ਚੈੱਕ ਜਾਂ ਤਾਂ ਹੋਵੇ ਨਾ ਕਿ ਚੈੱਕ ਪ੍ਰੋਪਰ ਤਰੀਕੇ ਨਾਲ ਚੈੱਕ ਹੋ ਰਿਹਾ ਹੋਵੇ, ਫਿਰ ਤਾਂ ਮੰਨਣ ਵਾਲੀ ਗੱਲ ਹੈ ਕਿ ਹਾਂ ਇਹ ਪ੍ਰੋਪਰ ਇੰਪਲੀਮੈਂਟ ਹੋ ਰਹੀਆਂ ਚੀਜ਼ਾਂ। ਬਟ ਹੋ ਕੀ ਰਿਹਾ, ਇਹ ਸਾਰਾ ਕੁਝ ਧੰਦਾ ਬਣ ਚੁੱਕਾ ਹੈ ਜੀ ਕਿ ਪ੍ਰਾਈਵੇਟ ਪਲੇਅਰਸ ਜਿਹੜੇ ਨੇ ਕੋਈ ਵੀ NOC ਲੈਣੀ ਹੈ, ਕਿਸੇ ਵੀ ਕੁਝ ਵੀ ਲੈਣਾ ਹੈ, ਬਸ ਪੈਸਾ ਚੱਲਦਾ ਹੈ। ਜਿਹੜਾ ਪੈਸਾ ਜ਼ਿਆਦਾ ਜਿੰਨਾ ਜਲਦੀ ਕਰ ਦੇਗਾ ਉਹਦਾ ਉਨੀ ਜਲਦੀ ਕੰਮ ਹੋ ਜਾਏਗਾ। ਤੇ ਇਹ ਬਹੁਤ ਰੇਅਰ ਇਹੋ ਜਿਹਾ ਹੁੰਦਾ, ਕਾਫੀ ਇਹੋ ਜਿਹੀ ਟਰਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਜਿਹੜੀ ਜਾਲੀ ਬਣੀਆਂ ਹੋਈਆਂ ਨੇ, ਫਿਰ ਵੀ ਉਹਨਾਂ ਨੂੰ ਐਫੀਲੀਏਸ਼ਨ ਮਿਲੀਆਂ ਹੋਈਆਂ ਸਕੂਲਸ ਨੂੰ। ਕਾਫੀ ਇਹੋ ਜਿਹੇ ਇਨਸੀਡੈਂਟਸ ਹੁਣ ਵੀ ਦੇਖਣ ਚ ਆਏ ਨੇ ਪੰਜਾਬ ਦੇ ਵਿੱਚ ਹੀ। ਤੇ ਇਹ ਚੀਜ਼ ਜਿਹੜੀ ਹੈ ਤੇ ਮਤਲਬ ਜੇ ਵਨ ਵਿੰਡੋ ਇਸ ਚੀਜ਼ ਦੇ ਉੱਤੇ ਹੋਵੇ ਤਾਂ ਕਾਫੀ ਉਹਦੇ ਨਾਲ ਫਰਕ ਪਏਗਾ। ਤੇ ਵਨ ਵਿੰਡੋ ਦਾਊਨ ਸਾਹਿਬ, ਵਨ ਵਿੰਡੋ ਹੋਏਗੀ ਤਾਂ ਵਨ ਵਿੰਡੋ ਚ ਤਾਂ ਕਰਪਸ਼ਨ ਦੇ ਜ਼ਿਆਦਾ ਚਾਂਸਸ ਨਹੀਂ। ਇਹ ਤਾਂ ਪ੍ਰਾਈਵੇਟ ਪਲੇਅਰ ਲਈ ਤਾਂ ਬੜੀ ਸੌਖੀ ਗੱਲ ਹੈ, ਕਿਸੇ ਦਾ ਮੂੰਹ ਬੰਦ ਕਰੋ, ਕਿਸੇ ਮਿਨਿਸਟਰ ਨੂੰ ਪੈਸੇ ਦਿਓ, ਜੋ ਮਰਜ਼ੀ NOC ਲੈ ਲਓ। ਪਹਿਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਰੇਲਵੇ ਦਾ ਨਿੱਜੀਕਰਨ ਨਹੀਂ ਹੋਏਗਾ, ਬਾਅਦ ਚ ਰੇਲਵੇ ਲਾਈਨਾਂ ਵੇਚ ਦਿੱਤੀਆਂ। ਜਦੋਂ ਕਹਿੰਦੇ ਸੀ ਮੈਡੀਕਲ ਦੇ ਵਿੱਚ ਜਿਹੜੀ ਸਿਹਤ ਸਹੂਲਤਾਂ ਹੈ, ਜਦੋਂ ਪ੍ਰਾਈਵੇਟ ਪਲੇਅਰ ਆਏ ਉਹ ਕਹਿੰਦੇ ਸੀ ਵਧੀਆ ਕਰ ਦਾਂਗੇ, ਠੀਕ ਹੈ ਕਿ 5 ਸਟਾਰ ਹੋਟਲ ਵਰਗਾ ਤੁਸੀਂ ਹਸਪੀਟਲ ਬਣਾਤਾ। ਉੱਥੇ ਗਰੀਬ ਬੱਚਾ ਹੁਣ ਜੇ ਕਿਸੇ ਨੂੰ ਕਰੋਨਾ ਹੋ ਜਾਏ ਗਰੀਬ ਪਰਿਵਾਰ ਨੂੰ ਤਾਂ ਉਹ 20,000 ਰੁਪਏ ਇੱਕ ਦਿਨ ਦਾ ਲੈ ਰਹੇ, 50,000 ਰੁਪਏ ਇੱਕ ਦਿਨ ਦਾ ਲੈ ਰਹੇ ਆ। ਜਦੋਂ ਸਰਕਾਰੀ ਕੰਟਰੋਲ ਖਤਮ ਹੋਏਗਾ ਤਾਂ ਪੱਠਾ ਬੈਠੇਗਾ। ਸਿਰਫ ਇੱਕ ਰੱਜੇ ਪੁੱਜੇ ਵਰਗ ਨੂੰ ਹੀ ਉਹਨਾਂ ਨੇ ਸਹੂਲਤਾਂ ਦੇਣੀਆਂ। ਜਿਹੜਾ ਆਪਾਂ ਪੂਰੀ ਭਾਰਤ ਦੇ ਵਿੱਚ ਪੜ੍ਹੇ ਲਿਖੇ ਲੋਕ ਪੈਦਾ ਕਰ ਰਹੇ ਆ, ਜਿਹੜੇ ਉਹ ਗਰੀਬ ਹੈ, ਝੌਂਪੜੀਆਂ ਵਾਲੇ ਹੈ, ਪਿੰਡਾਂ ਵਾਲੇ ਹੈ, SC ਹੈ, BC ਹੈ, ਬੇਜ਼ਮੀਨੇ ਹੈ, ਉਹ ਇਸ ਕੰਪੀਟੀਸ਼ਨ ਦੇ ਵਿੱਚ ਖਤਮ ਹੋ ਜਾਣਗੇ। ਉਹ ਸਿਰਫ ਇੱਕ ਕੀੜੇ ਮਕੌੜੇ ਜਾਂ ਮਜ਼ਦੂਰ ਬਣ ਕੇ ਹੀ ਰਹਿ ਜਾਣਗੇ। ਜੇ ਮੈਂ ਹੋਰ ਗੱਲ ਕਰਾਂ, ਖਤਰਾ ਸਰ ਇਸ ਚ ਖਤਰਾ ਹੈਗਾ। ਜੇ ਪਿਛਲੇ 5-7 ਸਾਲਾਂ ਦੇ ਦੇਖਿਆ ਜਾਵੇ, ਜਿਹੜਾ ਬੁੱਧੀਜੀਵੀ ਵਰਗ ਹੈ, ਜਿਹੜਾ ਕਾਬਲ ਧਿਰਾਂ ਦੇ ਖਿਲਾਫ ਬੋਲਦਾ, ਉਹ ਪੰਸਾਰੇ ਹੋਵੇ, ਦਬੋਲਕਰ ਹੋਵੇ, ਗੋਰੀ ਲੰਕੇਸ਼ ਹੋਵੇ, ਤਾਂ ਇੱਕ ਖਾਸ ਰਾਜਸੀ ਧਿਰ ਦੇ ਅੰਗ ਨੇ ਉਹਨਾਂ ਨੂੰ ਕਤਲ ਕੀਤਾ। ਉਹਦਾ ਮਕਸਦ ਇਹੀ ਹੈ ਕਿ ਇਹ ਉਹ ਗੱਲਾਂ ਫੈਲਾਣੇ ਆ ਜੋ ਉਹਨਾਂ ਦੀ ਇੱਕ ਵਿਚਾਰਧਾਰਾ ਦੇ ਖਿਲਾਫ ਜਾਂਦਾ। ਹੁਣ ਜਿਹੜਾ ਸਿਲੇਬਸ ਦੇ ਵਿੱਚ ਇਹਨਾਂ ਚੇਂਜਸ ਕਰਨਾ, ਇੱਕ ਖਾਸ ਵਿਚਾਰਧਾਰਾ ਨੂੰ ਥੋਪਣਾ, ਉਹ ਆਪਣਾ ਇੱਕ ਨੀਚੇ ਲੈਵਲ ਤੇ ਇੱਕ ਵਰਗ ਤਿਆਰ ਕਰਨਾ, ਇਹ ਖਤਰੇ ਦੀ ਘੰਟੀ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ। ਕੱਕੜ ਸਾਹਿਬ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰੇ ਦੀ ਘੰਟੀ ਦੱਸ ਰਹੇ ਨੇ। ਦਾਊਂ ਸਾਹਿਬ ਤੁਸੀਂ ਪਾਲਿਸੀ ਪੜ੍ਹੀ ਹੈ ਚੰਗੀ ਤਰ੍ਹਾਂ, ਵੀ ਕੀ ਲੱਗਦਾ ਵੀ ਜੋ ਇਹ ਕਹਿ ਰਹੇ ਆ ਵੀ ਇਦਾਂ ਕੁਝ ਹੋ ਸਕਦਾ ਹੈ? ਦੇਖੋ ਜੀ, ਮੈਂ ਨਾ ਐਕਸਟ੍ਰੀਮ ਆਈਡੀਓਲੋਜੀਜ਼ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਆਪਣੇ ਕੀ ਹੈ ਕਿ ਆਪਣੇ ਸੰਵਾਦ ਦਾ ਸਿਸਟਮ ਘੱਟ ਹੈ ਤੇ ਇੱਕ ਐਕਸਟ੍ਰੀਮ ਆਈਡੀਓਲੋਜੀਜ਼ ਬਣ ਗਈ, ਇੱਕ ਲੈਫਟ ਆਈਡੀਓਲੋਜੀ ਬਣ ਗਈ, ਇੱਕ ਜਿਹਨੂੰ ਸੱਜੇ ਪੱਖੀ ਕਹਿ ਦਿੰਦੇ ਆ। ਤੇ ਮਤਲਬ ਇਹ ਹੋ ਗਿਆ ਕਿ ਜੇ ਰਾਈਟ ਮਤਲਬ ਸੈਂਟਰ ਗਵਰਨਮੈਂਟ ਨੇ ਕੁਝ ਕੀਤਾ ਹੈ ਜਾਂ ਰਾਈਟ ਵਿੰਗ ਵਾਲੇ ਨੇ ਕੁਝ ਕੀਤਾ ਹੈ ਤਾਂ ਉਹਦੇ ਚ ਚੰਗੀਆਂ ਚੀਜ਼ਾਂ ਦੇਖਣੀਆਂ ਨੇ, ਲੈਫਟ ਵਾਲੇ ਨੇ ਸਿਰਫ ਉਹਦੇ ਚੋਂ ਨੈਗੇਟਿਵ ਪੁਆਇੰਟ ਕੱਢਣੇ ਆ। ਔਰ ਮੰਨ ਲਓ ਜੇ ਲੈਫਟ ਵਾਲੇ ਨੇ ਕੋਈ ਗੱਲ ਕੀਤੀ ਹੈ ਤਾਂ ਉਹ ਸੱਜੇ ਪੱਖੀਆਂ ਨੂੰ ਜ਼ਹਿਰ ਵਰਗੀ ਲੱਗਦੀ ਹੈ। ਬਟ ਮੇਰੀ ਸੋਚ ਹੈ ਕਿ ਉਹਦੇ ਚੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਪੋਜ਼ਿਟਿਵ ਦੇਖੋਗੇ ਕਿ ਤੁਹਾਨੂੰ ਕੀ ਪੋਜ਼ਿਟਿਵ ਲੱਗ ਰਿਹਾ ਹੈ ਇਹਦੇ ਚ ਸਰ? ਇੱਕ ਤਾਂ ਜਿਹੜੀ ਕਿੱਤਾ ਮੁਖੀ ਵਾਲੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਉਹ ਇੱਕ ਬਹੁਤ ਵਧੀਆ ਹੈ ਕਿ ਹੁਨਰ ਪੈਦਾ ਕੀਤਾ ਜਾਵੇ, ਇੱਕ ਅਲੱਗ ਤਰ੍ਹਾਂ ਦਾ ਵਿਅਕਤਿਤਵ ਪੈਦਾ ਕੀਤਾ ਜਾਵੇ। ਜਿਹੜੀ ਦੂਜਾ ਹੈਗਾ ਕਿ ਨਵੀਂ ਟੈਕਨੋਲੋਜੀ ਨੂੰ ਲੈ ਕੇ ਆ ਰਹੇ ਨੇ। ਤੀਜਾ, ਜਦੋਂ ਆਪਾਂ ਉੱਚ ਸਿੱਖਿਆ ਦੀ ਗੱਲ ਕਰਦੇ ਹਾਂ, ਇਹਦੇ ਚ ਦੋ ਉਹਨਾਂ ਨੇ ਕੀਤਾ ਹੈ। ਇੱਕ ਤਾਂ ਐਗਜ਼ਿਟ ਪਾਲਿਸੀ ਬਣਾਈ ਹੈ ਬੜੀ ਵਧੀਆ। ਪਹਿਲਾਂ ਕੀ ਸੀ, ਮੰਨ ਲਓ ਤੁਸੀਂ ਇੱਕ ਗ੍ਰੈਜੂਏਟ ਕਰ ਰਹੇ ਹੋ, ਤੁਸੀਂ 2 ਸਾਲ ਗ੍ਰੈਜੂਏਸ਼ਨ ਦੇ ਕਰ ਲਏ, ਉਸ ਤੋਂ ਬਾਅਦ ਕਿਸੇ ਕਾਰਨਵਸ਼ ਤੁਹਾਨੂੰ ਆਪਣੀ ਡਿਗਰੀ ਛੱਡਣੀ ਪੈ ਗਈ ਤਾਂ ਤੁਹਾਡੇ 2 ਸਾਲ ਟੋਟਲੀ ਵੇਸਟ ਸੀ।
ਹੁਣ ਇਹਨਾਂ ਨੇ ਕੀ ਕਰਤਾ ਕਿ ਉਹ 2 ਸਾਲਾਂ ਚੋਂ ਮੰਨ ਲਓ ਤੁਸੀਂ 1 ਸਾਲ ਵੀ ਲਗਾ ਲਿਆ ਔਰ 1 ਸਾਲ ਤੁਸੀਂ ਕੰਪਲੀਟ ਕੀਤਾ, ਉਹਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ। ਕੱਕੜ ਸਾਹਿਬ ਮੈਂ ਤੁਹਾਨੂੰ ਇੱਥੇ ਰੋਕਣਾ ਚਾਹੂੰਗਾ ਕਿਉਂਕਿ ਹੁਣ ਵੀ ਪਾਲਿਸੀ ਚੱਲੇ ਕ੍ਰੈਡਿਟ ਟ੍ਰਾਂਸਫਰ ਪਲਾਨ, ਤਾਂ ਕ੍ਰੈਡਿਟ ਟ੍ਰਾਂਸਫਰ ਤਾਂ ਹੁਣ ਵੀ ਹੁੰਦਾ ਤੇ ਜਿਹੜੀ ਇਸ ਪਾਲਿਸੀ ਦੇ ਵਿੱਚ ਕੀ ਫਰਕ ਹੈ ਫਿਰ? ਸਰ ਜਿਹੜੀ ਹੁਣ ਕ੍ਰੈਡਿਟ ਟ੍ਰਾਂਸਫਰ ਪਾਲਿਸੀ ਹੈ ਨਾ, ਉਹ ਤਾਂ ਹੀ ਇੰਪਲੀਮੈਂਟ ਹੁੰਦੀ ਹੈ ਜਦੋਂ ਬੱਚਾ ਡਿਗਰੀ ਕੰਪਲੀਟ ਕਰਦਾ ਹੈ। ਜੇ ਮੰਨ ਲਓ ਤੁਸੀਂ 1 ਸਾਲ ਕੋਈ ਡਿਗਰੀ ਕਰ ਲਈ ਔਰ ਤੁਸੀਂ ਕੋਈ ਨਵੀਂ ਡਿਗਰੀ ਕਰਨੀ ਹੈ, ਮੰਨ ਲਓ ਤੁਸੀਂ 1 ਸਾਲ, ਮੈਂ ਐਗਜ਼ਾਮਪਲ ਦਿੰਦਾ, ਰੈਤਬਾਰਾ ਯੂਨੀਵਰਸਿਟੀ ਚੋਂ BA ਦੀ 1 ਸਾਲ ਕਰ ਲਈ, ਉਸ ਤੋਂ ਬਾਅਦ ਤੁਸੀਂ ਛੱਡਤਾ ਉਦੋਂ ਬਾਅਦ ਤੁਸੀਂ 6 ਸਾਲਾਂ ਬਾਅਦ ਕਿਸੇ ਹੋਰ ਯੂਨੀਵਰਸਿਟੀ 'ਚ ਕਰਨ ਜਾਓਗੇ ਤਾਂ ਤੁਹਾਨੂੰ ਨਹੀਂ ਮਿਲੂਗਾ ਉਹਦਾ ਔਰ ਜੋ ਸਬਜੈਕਟ ਤੁਸੀਂ ਪੜ੍ਹੇ ਆ। ਇਹਦੇ 'ਚ ਇਹ ਹੈ ਤੁਹਾਡੇ ਲਈ ਇੱਕ ਤੁਹਾਡਾ ਨਾ ਡਿਜੀਟਲ ਅਕਾਊਂਟ ਬਣ ਜਾਊਗਾ, ਜਿਵੇਂ ਅੱਜ ਕੱਲ ਆਪਣਾ ਇੱਕ ਡਿਜੀ ਲੋਕਰ ਬਣਿਆ, ਤੁਹਾਡਾ ਡਿਜੀਟਲ ਅਕਾਊਂਟ ਬਣ ਜਾਊਗਾ। ਜੋ ਤੁਸੀਂ ਸਬਜੈਕਟ ਪੜ੍ਹੇ ਉਹਨਾਂ ਦੇ ਕ੍ਰੈਡਿਟ ਆਟੋਮੈਟਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਰਹਿਣਗੇ। ਜਦੋਂ ਵੀ ਤੁਸੀਂ ਕਿਤੇ ਨਵੀਂ ਸੰਸਥਾ ਤੇ ਜਾਓਗੇ ਤਾਂ ਆਟੋਮੈਟਿਕਲੀ ਉਹ ਤੋਂ ਲਿੰਕ ਹੋ ਜਾਣਗੇ ਤੇ ਕਾਗਜ਼ੀ ਕਾਰਵਾਈ ਵੀ ਘਟੇਗੀ। ਕਾਗਜ਼ੀ ਕਾਰਵਾਈ ਬਹੁਤ ਹੱਦ ਤੱਕ ਘਟਾ ਰਹੇ। ਅੱਛਾ ਫੈਰੀ ਸਾਹਿਬ, ਇੱਕ ਇਹਨਾਂ ਨੇ ਗੱਲ ਕਹੀ ਕਿ 3 ਭਾਸ਼ਾਈ ਫਾਰਮੂਲਾ ਜਿਹੜਾ 3 ਭਾਸ਼ਾਈ ਫਾਰਮੂਲਾ ਦੇ ਵਿੱਚ 2 ਇੰਡੀਅਨ ਲੈਂਗੁਏਜ ਹੋਣਗੀਆਂ ਤੇ ਇੱਕ ਕੋਈ ਵੀ ਇੰਟਰਨੈਸ਼ਨਲ ਲੈਂਗੁਏਜ ਹੋਏਗੀ। ਇਹਦਾ ਮਤਲਬ ਇਹ ਹੁਣ ਮੈਂ ਇਹ ਦੇਖਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੋ ਅੰਗਰੇਜ਼ੀ ਭਾਸ਼ਾ ਦਾ ਵਰਚਸਵ ਦਿਨ ਪ੍ਰਤੀ ਦਿਨ ਵੱਧ ਰਿਹਾ ਸੀ, ਜਿਹਨੂੰ ਦਿਖਾ ਕੇ ਪ੍ਰਾਈਵੇਟ ਪਲੇਅਰਸ ਮਾਪਿਆਂ ਨੂੰ ਗੁੰਮਰਾਹ ਕਰ ਰਹੇ ਸੀ, ਵੀ ਉਹਦਾ ਵਰਚਸਵ ਘਟਣ ਵਾਲਾ ਨਹੀਂ, ਉਹਦਾ ਘਟਣ ਵਾਲਾ ਨਹੀਂ ਹੈ ਕਿਉਂਕਿ 3 ਲੈਂਗੁਏਜ ਕਹੀਆਂ ਨੇ। ਤਾਂ ਜੇ ਲੈਟਸ ਸੇ ਜੇ ਆਪਾਂ ਪੰਜਾਬ ਦੇ ਵਿੱਚ ਕਹੀਏ ਤਾਂ ਰੀਜਨਲ ਲੈਂਗੁਏਜ ਇੱਥੇ ਪੰਜਾਬੀ ਤੇ ਹਿੰਦੀ, ਇਹ 2 ਮੈਂਡੇਟਰੀ ਹੋ ਜਾਣਗੀਆਂ, ਤਾਂ ਤੀਸਰੀ ਲੈਂਗੁਏਜ ਤਾਂ ਫਿਰ ਇੰਗਲਿਸ਼ ਹੀ ਰਹੇਗੀ। ਫ੍ਰੈਂਚ, ਕਿਉਂਕਿ ਬਹੁਤ ਸਾਰੇ ਲੋਕ ਕੈਨੇਡਾ ਜਾਣਾ ਚਾਹੁੰਦੇ ਆ ਤੇ ਉਹ ਫ੍ਰੈਂਚ ਨੂੰ ਵੀ ਪ੍ਰੈਫਰ ਕਰਨਗੇ। ਨਹੀਂ ਦੇਖੋ ਪ੍ਰੈਫਰ ਕਰਨਗੇ ਬਟ ਇਸ ਦੇ ਵਿੱਚ ਜਿਹੜੇ ਮੇਜਰ ਜਿਹੜੇ ਸਟੂਡੈਂਟਸ ਹੋਣਗੇ ਉਹ ਹੋਣਗੇ ਜ਼ਿਆਦਾ ਵੀ ਇੰਗਲਿਸ਼ ਵਾਲੇ। ਤਾਂ ਇਸ ਕਰਕੇ ਜੇ ਜਿਵੇਂ ਕਹ ਲਓ ਇੰਟਰਨੈਸ਼ਨਲ ਲੈਂਗੁਏਜ ਤੁਸੀਂ ਕਹ ਲਓ ਵੀ ਫ੍ਰੈਂਚ ਆ ਗਏ, ਜਰਮਨ ਹੋ ਗਏ, ਸਪੈਨਿਸ਼ ਵੀ ਆ ਲੈਂਗੁਏਜ ਸਿਖਾਣਗੇ, ਇਹਦੇ ਵਿੱਚ ਤਾਂ ਫਿਰ ਪ੍ਰਾਈਵੇਟ ਸਕੂਲਸ ਨੂੰ ਹੋਰ ਜ਼ਿਆਦਾ ਫਾਇਦਾ ਹੋ ਜਾਏਗਾ, ਇਹਨਾਂ ਦਾ ਫੀਸ ਵਸੂਲਣ ਦਾ ਹੋਰ ਜ਼ਿਆਦਾ। ਹਾਂ ਕੱਕੜ ਸਾਹਿਬ ਤੁਸੀਂ ਮੈਂ ਸਰ ਇਹਦੇ ਵਿੱਚ ਇੱਕ ਪੁਆਇੰਟ ਐਡ ਕਰਨਾ ਚਾਹੁੰਦਾ। ਦੇਖੋ ਇੱਕ ਤਾਂ ਇਹ ਹੋ ਗਿਆ 3 ਲੈਂਗੁਏਜ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ, ਇਹਦੇ 'ਚ ਬਟ ਜਿਹੜਾ ਸਭ ਤੋਂ ਵੱਧ ਡਿਸਕਸ ਕਰਨ ਦਾ ਵਿਸ਼ਾ ਉਹ ਹੈਗਾ ਮੀਡੀਅਮ ਆਫ ਇੰਸਟਰਕਸ਼ਨ। ਜਿਹੜਾ ਸਾਨੂੰ ਸਿੱਖਿਆ ਦੇਣ ਦਾ, ਚਾਹੇ ਉਹ ਮੈਥ ਪੜ੍ਹਾਉਣਾ ਹੈ ਚਾਹੇ ਸਾਇੰਸ ਪੜ੍ਹਾਉਣੀ ਹੈ, ਉਹਦਾ ਮਾਧਿਅਮ ਕਿਹੜੀ ਭਾਸ਼ਾ ਹੋਵੇਗੀ, ਜਿਹੜਾ ਮੇਨ ਡਿਸਕਸ ਕਰਨ ਵਾਲਾ ਮੁੱਦਾ ਹੈ। ਔਰ ਜੋ ਇਹਦੇ ਵਿੱਚ ਕਿਹਾ ਗਿਆ ਹੈ, ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਇੱਕ ਲਾਈਨ ਹੈ ਕਿ ਵੇਅਰ ਐਵਰ ਪੋਸੀਬਲ ਦਾ ਮੀਡੀਅਮ ਆਫ ਇੰਸਟਰਕਸ਼ਨ ਅੰਟਿਲ ਐਟ ਲੀਸਟ ਗ੍ਰੇਡ 5 ਬਟ ਪ੍ਰੈਫਰੇਬਲੀ ਗ੍ਰੇਡ 8 ਐਂਡ ਬਿਯੋਂਡ ਵਿਲ ਬੀ ਦੀ ਮਦਰ ਟੰਗ ਔਰ ਲੋਕਲ ਲੈਂਗੁਏਜ। ਮਤਲਬ ਜੋ ਮੀਡੀਅਮ ਆਫ ਇੰਸਟਰਕਸ਼ਨ ਹੈ ਜਿਹਦੇ ਵਿੱਚ ਤੁਸੀਂ ਮਾਤਰ ਭਾਸ਼ਾ ਦੇ ਵਿੱਚ ਕਰ ਰਹੇ ਹੋ, ਲੋਕਲ ਲੈਂਗੁਏਜ ਜਾਂ ਉਹੀ ਹੋਏਗੀ ਇਫ ਪੋਸੀਬਲ। ਬਟ ਇਹ ਮੈਂਡੇਟਰੀ ਨਹੀਂ ਹੈ ਕਿਉਂਕਿ ਹਜੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਵੀ ਤੁਸੀਂ ਦੇਖੋ ਆ ਜਿਹੜੇ ਸਾਇੰਸ ਹੈ, ਸੋਸ਼ਲ ਸਟੱਡੀਜ਼ ਹੈ ਤੇ ਮੈਥਮੈਟਿਕਸ ਹੈ, ਰੀਜਨਲ ਲੈਂਗੁਏਜ ਦੇ ਵਿੱਚ ਚੱਲ ਰਹੀਆਂ ਨੇ, ਪੰਜਾਬੀ ਵਿੱਚ ਵੀ ਚੱਲ ਰਹੀਆਂ, ਹਿੰਦੀ ਵਿੱਚ ਵੀ ਚੱਲ ਰਹੀਆਂ, ਤੇ ਪ੍ਰਾਈਵੇਟ ਸਕੂਲਸ ਇਹ ਮੈਂਡੇਟਰੀ ਨਹੀਂ ਕੀਤਾ ਤੇ ਆਲਰੇਡੀ ਇਸ ਚੀਜ਼ ਦੇ ਉੱਤੇ ਤਾਂ ਆਲਰੇਡੀ ਹੈਗਾ। ਦਾਊਂ ਸਾਹਿਬ ਕੀ? ਹਾਂ ਦੇਖੋ ਪਹਿਲੀ ਗੱਲ ਤਾਂ ਮੈਂ ਲੈਫਟਿਸਟ ਨਹੀਂ ਹੈ, ਮੈਂ ਕੋਈ ਕਮਿਊਨਿਸਟ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਸਿਰਫ ਇੱਕ ਮੇਰੀ ਅਲੱਗ ਥੋੜੀ ਜਿਹੀ ਇਸ ਪਾਸੇ ਸਮਝ ਹੈਗੀ ਹੈ। ਦੂਜੀ ਗੱਲ ਜੇ ਮੈਂ ਗੱਲ ਕਰਾਂ, ਜਿਹੜੀ ਇੱਥੇ ਕਮਿਸ਼ਨ ਬਿਠਾਇਆ ਜਿਹੜਾ ਨੈਸ਼ਨਲ ਲੈਵਲ ਤੇ, ਜਿਹਦੇ ਚੇਅਰਮੈਨ ਪ੍ਰਧਾਨ ਮੰਤਰੀ ਹੋਣਗੇ ਤੇ ਸਿੱਖਿਆ ਮੰਤਰੀ ਹੋਣਗੇ, ਇਹ ਇੱਥੇ ਬੜਾ ਗਲਤ ਹੈ। ਗਲਤ ਕਿਵੇਂ ਹੈ? ਇੱਕ ਮਾਹਰ ਹੋਏ, ਸਿਲੇਬਸ ਦਾ ਮਾਹਰ ਹੋਏ, ਉਹਨੇ ਡਿਗਰੀਆਂ ਲਈਆਂ ਹੋਣ, ਉਹ ਬਣ ਜੇ ਤਾਂ ਚੰਗੀ ਗੱਲ ਹੈ। ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਪ੍ਰਧਾਨ ਮੰਤਰੀ ਹੁੰਦੇ ਆ। ਪ੍ਰਧਾਨ ਮੰਤਰੀ ਦਾ ਹੁਣ ਨੁਕਸ ਕੀ ਹੈ? ਜਦੋਂ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਨਰਿੰਦਰ ਮੋਦੀ ਜੀ ਬੰਬੇ ਦੇ ਇੱਕ ਹਸਪੀਟਲ ਦੇ ਵਿੱਚ ਡਾਕਟਰਾਂ ਨੂੰ ਬੋਲਦੇ ਆ ਕਿ ਪਲਾਸਟਿਕ ਸਰਜਰੀ ਤਾਂ ਗਣੇਸ਼ ਜੀ ਦੀ ਐਗਜ਼ਾਮਪਲ ਦੇ ਕੇ ਸਾਡੇ ਦੇਸ਼ 'ਚ ਹਜ਼ਾਰਾਂ ਸਾਲ ਪਹਿਲੇ ਸੀ ਤੇ ਉਹ ਪਲਾਸਟਿਕ ਸਰਜਰੀ ਕੋਈ ਨਵੀਂ ਗੱਲ ਨਹੀਂ ਹੈ। ਠੀਕ ਹੈ, ਉਹ ਗੱਲ ਹੋ ਸਕਦੀ ਹੈ, ਪਰ ਡਾਕਟਰਾਂ ਦੀ ਬੋਲਤੀ ਇਸ ਕਰਕੇ ਬੰਦ ਹੈ, ਉਹਨੇ ਬਲੱਡ ਗਰੁੱਪ ਮੈਚ ਨਹੀਂ ਕੀਤਾ, ਉਹਨੇ ਨਿਊਰੋਕੈਮੀਕਲ ਕਿਵੇਂ ਚੱਲਦੇ ਆ, ਸਪਾਈਨਲ ਕਾਰਡ ਕਿਵੇਂ ਹੈ, ਬਈ ਸਿਰਫ ਕਿਵੇਂ ਭਾਰਾ, ਜਦੋਂ ਇਹ ਕੁਐਸਚਨ ਨਹੀਂ ਕਰਨੇ, ਬੋਲਤੀ ਬੰਦ ਹੋ ਜਾਣਗੀ, ਤਾਂ ਉਸ ਐਦਾਂ ਦੇ ਪ੍ਰਧਾਨ ਮੰਤਰੀ ਫਿਰ ਕਿਵੇਂ ਸਿੱਖਿਆ 'ਚ ਕਰਨਗੇ? ਜੇ ਮੈਂ ਦੂਜੀ ਗੱਲ ਕਰਾਂ, ਜੇ ਕੋਈ ਇੱਕ ਕਾਬਲ ਧਿਰ ਦਾ ਇੱਕ ਮੰਨ ਲਓ ਬਾਬਾ ਜੀ ਹੈਗੇ ਜਿਹੜੇ ਯੋਗਾ ਕਰਦੇ ਕਰਦੇ ਯੋਗੀ ਤੋਂ ਫਿਰ ਵਪਾਰੀ ਬਣ ਗਏ, ਉਹ ਕਹਿਣਗੇ ਕੋਵਿਡ ਮਹਾਮਾਰੀ ਵਾਸਤੇ ਮੈਂ ਦਵਾਈ ਬਣਾ ਲਈ, ਉਹਦੇ ਉੱਪਰ ਪਹੁੰਚ ਹੈ, ਤੇ ਐਦਾਂ ਦਾ ਕੋਈ ਅਨਪੜ੍ਹ ਜਾਂ ਮੇਰੇ ਵਰਗਾ ਪ੍ਰਧਾਨ ਮੰਤਰੀ ਕਦੇ ਬਣ ਗਿਆ, ਲੋਕਤੰਤਰ ਸਭ ਕੁਝ ਪੋਸੀਬਲ ਹੈ, ਉਹ ਕਹੇਗਾ ਠੀਕ ਹੈ ਜੀ ਕਰੋਨਾ ਮਹਾਮਾਰੀ ਲਈ ਕਰ ਦਿਓ। ਇਹ ਤਾਂ ਕੁਝ ਜਿਹੜੇ ਮੰਨ ਲਓ ਜਿਹੜੇ ਸਮਝਦਾਰ ਲੋਕ ਸੀ ਉਹਦੇ ਚਲੇ ਗਏ, ਨਹੀਂ ਤਾਂ ਉਹਨੇ ਅਰਬਾਂ ਰੁਪਏ ਦਾ ਵਪਾਰ ਕਰ ਜਾਣਾ ਸੀ, ਤੇ ਕੁਝ ਨਹੀਂ ਹੋਣਾ। ਇੱਕ ਚੇਅਰਮੈਨ ਤੱਕ ਗੱਲ ਪਹੁੰਚਾ ਦਿਓ ਤੇ ਕੰਨ 'ਚ ਫੂਕ ਮਾਰ ਦਿਓ ਕਿ ਮੈਨੂੰ ਤੁਸੀਂ ਮੈਨੂੰ ਇਹ ਦੱਸੋ ਵੀ ਅੰਗਰੇਜ਼ੀ ਉਹਨਾਂ ਨੇ ਅੰਗਰੇਜ਼ੀ ਦਾ ਮੈਂਡੇਟਰੀ ਹੋਣਾ ਖਤਮ ਕੀਤਾ ਜੀ, ਇਹਦੇ ਬਾਰੇ ਕੀ ਕਹੋਗੇ? ਤੇ ਮਦਰ ਟੰਗ ਦੇ ਵਿੱਚ ਇੰਸਟਰਕਸ਼ਨ ਦੇਣ ਦੀ ਗੱਲ ਕਹੀ ਹੈ। ਹਾਂ ਦੇਖੋ ਬਹੁਤ ਵੱਡੀ ਗੱਲ ਹੈ ਕਿ ਅੱਜ ਤੱਕ ਜੋ ਮਾਤ ਭਾਸ਼ਾਵਾਂ ਸੀਗੀਆਂ ਉਹ ਤੋਂ ਅੰਗਰੇਜ਼ੀ ਭਾਸ਼ਾ ਨੂੰ ਵੱਧ ਤਰਜੀਹ ਦੇਖੋ ਜੀ, ਮੈਂ ਮਾਂ ਭਾਸ਼ਾ ਦੀ ਗੱਲ ਕਰਾਂ, ਬੜਾ ਸਾਡਾ ਭੱਠਾ ਬੈਠਿਆ। ਅਸੀਂ ਇੱਕ ਟੈਲੀਫਿਲਮ ਬਣਾਈ ਕੁਝ ਸਾਲ ਪਹਿਲੇ, ਉਹ ਆਈ ਨਹੀਂ ਮੀਡੀਆ ਦੇ ਵਿੱਚ, ਉਹ 'ਚ ਅਸੀਂ ਅੰਗਰੇਜ਼ੀ ਸਕੂਲਾਂ ਦੇ ਪੰਜਾਬੀ ਸਕੂਲਾਂ ਦੀ ਗੱਲ ਕੀਤੀ। ਉਹ ਤੇ ਇੱਕ ਪੇਂਡੂ ਜਿਹਾ ਬੰਦਾ ਬੋਲਦਾ, ਕਹਿੰਦਾ ਮੈਂ ਮੈਡਮ ਨੂੰ ਆਪਣੀ ਪੰਜਾਬੀ 'ਚ ਕਹਿੰਦਾ ਮਾਰੇ ਦਾ ਗੁਹਾਰੇ ਵਾ ਨਾ ਕੁੱਤੇ ਵੜ ਜਾ,
कुत्ते बढ़ जाओ गर्म हो जा। कहना हमें मानो वहां जो निगम मिला ना वो एसी कमरे में हीटर बने। वो मैडम ये क्या होता है, ਉਹਨੇ ਫਿਰ ਦੱਸਿਆ ਕਹਿੰਦਾ ਗੁਹਾਰਾ ਕੀ ਹੁੰਦਾ ਪਾਥੀਆਂ ਵਾਲਾ, ਉਹ ਕੁੱਤਾ ਕੀ ਹੁੰਦਾ, ਕਹਿੰਦਾ ਸਿੱਧਾ ਬੋਲਣਾ ਵੀ ਝੌਂਪੜੀ 'ਚ ਹੀਟਰ ਲੱਗਿਆ। ਮਤਲਬ ਜਿਹੜੀ ਮਾਂ ਭਾਸ਼ਾ ਦਾ ਤੇ ਅੰਗਰੇਜ਼ੀ ਦਾ ਇਹ ਸਮੱਸਿਆ ਹੈਗੀ ਹੈ। ਪਰ ਮੈਂ ਦੂਜੀ ਗੱਲ ਕਰਦਾ, ਮੈਂ ਥੋੜਾ ਜਿਹਾ ਇਸ ਸਰਕਾਰ ਨੇ ਵਧੀਆ ਕਦਮ ਨਹੀਂ ਹੈ, ਤੁਸੀਂ ਇਹਦੀ ਸ਼ਲਾਘਾ ਨਹੀਂ ਕਰੋਗੇ? ਇਹ ਸ਼ਲਾਘਾ ਕਰਨ ਵਾਲੀ ਹੈਗੀ ਹੈ ਕਿ ਜਿਹੜੀ ਬੇਸਿਕ ਹੈਗੀ ਹੈ ਜਾਣਕਾਰੀ ਮਿਡਲ ਕਿਉਂਕਿ ਕਲਾਸ ਬਹੁਤ ਦੇਰ ਤੋਂ ਹਰ ਕੋਈ ਸੰਘਰਸ਼ ਕਰ ਰਿਹਾ ਹੋਣੀ ਚਾਹੀਦੀ ਹੈ। ਪਰ ਜਿਹੜੀ ਹੁਣ ਵੀ ਆਪਾਂ ਸਰਕਾਰੀ ਐਜੂਕੇਸ਼ਨ ਸਿਸਟਮ ਹੈ ਉੱਥੇ ਸਭ ਤੋਂ ਪਹਿਲਾਂ ਮਾਂ ਭਾਸ਼ਾ ਹੀ ਹੈ। ਪੰਜਾਬ ਦੇ ਵਿੱਚ ਪੰਜਾਬੀ ਹੈ, ਪੰਜਾਬ ਦੇ ਵਿੱਚ ਹਿੰਦੀ ਕਿੱਥੇ ਹੈ, ਪੰਜਾਬ 'ਚ ਅੰਗਰੇਜ਼ੀ ਕਿੱਥੇ ਹੈ? ਮਾਂ ਭਾਸ਼ਾ ਵਿੱਚ ਪੜ੍ਹਾਈ ਹੁੰਦੀ ਹੈ। ਸਾਨੂੰ ਜਿਹੜੀ ਜਦੋਂ ਮੈਂ ਪੜ੍ਹਿਆ ਸੀ ਪ੍ਰਾਈਵੇਟ ਸਕੂਲਾਂ ਲਈ ਵੀ ਮੈਂਡੇਟਰੀ ਕਰ ਦਿੱਤਾ ਗਿਆ, ਉਹ ਚੰਗੀ ਗੱਲ ਹੈ। ਪਰ ਮੈਂ ਹੁਣ ਜੇ ਦੂਜੀ ਗੱਲ ਕਰਾਂ, ਮੈਂ ਥੋੜਾ ਜਿਹਾ ਮੈਂ ਪਿਛਲੀ ਵਾਰ ਵੀ ਦੱਸਿਆ ਸੀ, ਮੈਂ ਇੱਕ ਵੀਅਤਨਾਮ ਦੇਸ਼ ਜਾ ਕੇ ਆਇਆ। ਮੈਂ ਤੁਹਾਨੂੰ ਇਹੀ ਸਵਾਲ ਕਰਨ ਲੱਗਿਆ ਸੀ ਵੀਅਤਨਾਮ ਬਾਰੇ। ਬਿਲਕੁਲ ਹੋਣਾ ਚਾਹੀਦਾ। ਉੱਥੇ 100% ਪੜ੍ਹੇ ਲਿਖੇ ਬੱਚੇ ਹੈ, ਕੋਈ ਅਨਪੜ੍ਹ ਨਹੀਂ ਹੈ। ਗਰੀਬ ਦੇਸ਼ ਆਪਣੇ ਤੋਂ ਕਿਉਂ ਹੈ? ਕਿਉਂਕਿ ਸਰਕਾਰੀ ਕੰਟਰੋਲ 'ਚ ਹੈ। ਪੀਐਨ ਦਾ ਬੱਚਾ ਹੋਵੇ ਜਾਂ ਰਾਸ਼ਟਰਪਤੀ ਦਾ ਬੱਚਾ ਹੋਵੇ, ਇੱਕ ਟੇਬਲ ਤੇ ਇੱਕ ਕਮਰੇ 'ਚ ਬੈਠਦਾ। ਕੀ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਬਹੁਤ ਵਧੀਆ ਸਵਾਲ ਉੱਠਿਆ ਫੈਰੀ ਸਾਹਿਬ ਵੀ ਪੀਐਮ ਤੇ ਪ੍ਰਾਈਮ ਮਿਨਿਸਟਰ ਦਾ ਬੱਚਾ ਇੱਕ ਉਹਦੇ 'ਚ ਬੈਠਦਾ, ਇੱਕੋ ਸਕੂਲ 'ਚ ਪੜ੍ਹਦਾ, ਇਕੱਠੇ ਖਾਣੇ ਖਾਂਦੇ ਆ। ਕੋਠਾਰੀ ਕਮਿਸ਼ਨ ਦੀ ਸਿਫਾਰਿਸ਼ ਵੀ ਕਹਿੰਦੇ। ਹੁਣ ਜਦੋਂ ਨਵੀਂ ਸਿੱਖਿਆ ਪਾਲਿਸੀ ਬਣਾਈ ਜਾ ਰਹੀ ਸੀ ਤਾਂ ਉਹਦੇ 'ਚ ਪ੍ਰਾਈਵੇਟਾਈਜੇਸ਼ਨ ਖਤਮ ਹੀ ਕਰ ਦਿੱਤੀ ਜਾਣੀ ਚਾਹੀਦੀ ਸੀ। ਬਿਲਕੁਲ ਇਹ ਚੀਜ਼ ਚਾਹੀਦੀ ਸੀ ਤੇ ਸਰਕਾਰ ਨੂੰ ਇਸ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਸਰਕਾਰੀ ਸਕੂਲਾਂ ਨੂੰ ਕਿ ਇਹ ਪ੍ਰਾਈਵੇਟ ਬਾਰ-ਬਾਰ ਵਿੱਚ ਜਿਹੜੇ ਪ੍ਰਾਈਵੇਟ ਸਕੂਲਸ ਵਰਡ ਯੂਜ਼ ਕਰਕੇ ਇਹਨਾਂ ਨੇ ਤਾਂ ਪ੍ਰਮੋਟ ਕੀਤਾ ਹੋਇਆ ਪ੍ਰਾਈਵੇਟ ਸਕੂਲਸ ਨੂੰ ਕਿ ਇਹਨਾਂ ਨੂੰ ਤਾਂ ਚਾਹੀਦਾ ਸੀ ਵੀ ਸਰਕਾਰੀ ਸਕੂਲਾਂ ਦਾ ਸਭ ਤੋਂ ਬੇਸਿਕ ਇਹਨਾਂ ਨੂੰ ਚਾਹੀਦਾ ਸੀ ਸਰਕਾਰੀ ਸਕੂਲਾਂ ਦੇ ਇਨਫਰਾਸਟ੍ਰਕਚਰ ਅਭੀ ਕਿਸ ਤਰੀਕੇ ਨਾਲ ਅਸੀਂ ਠੀਕ ਕਰਨਾ ਹੈ। ਜਦੋਂ ਲੈਂਗੁਏਜਸ ਅਲੱਗ-ਅਲੱਗ ਲਿਆਉਣਗੇ ਤਾਂ ਟੀਚਰ ਕਿੱਥੋਂ ਲਿਆਉਣਗੇ? ਟੀਚਰ ਤਾਂ ਪਹਿਲਾਂ ਪੂਰੇ ਨਹੀਂ ਹੈਗੇ, ਉਹ ਆਪਣੇ ਵਿਦੇਸ਼ੀ ਟੀਚਰ ਲਿਆਉਣਗੇ। ਇਹ ਤਾਂ ਦੇਖੋ ਜਿਹੜੇ ਤਾਂ ਹੈਗੇ ਨੇ ਸਰਕਾਰੀ ਸਕੂਲ, ਉੱਥੇ ਦਾ ਮੈਕਸਿਮਮ ਜਿਹੜੀ ਲੈਂਗੁਏਜ ਰਹਿਣੀ ਹੈ ਇੰਗਲਿਸ਼ ਹੀ ਰਹਿਣੀ ਹੈ, ਹਿੰਦੀ, ਪੰਜਾਬੀ, ਇੰਗਲਿਸ਼। ਉੱਥੇ ਤੁਸੀਂ ਜ਼ਿਆਦਾ ਪਹਿਲਾਂ ਤਾਂ ਇਨਫਰਾਸਟ੍ਰਕਚਰ ਇਹਨਾਂ ਨੂੰ ਤਾਂ ਇਨਫਰਾਸਟ੍ਰਕਚਰ ਠੀਕ ਕਰਨਾ ਪਏਗਾ। ਫੈਰੀ ਸਾਹਿਬ ਮੇਰੇ ਬੱਚੇ ਅਗਰ ਫ੍ਰੈਂਚ ਪੜ੍ਹਨਾ ਚਾਹੁੰਦੇ ਹੋਣਗੇ ਸਰਕਾਰੀ ਸਕੂਲ 'ਚ ਤਾਂ ਕੀ ਹੋਏਗਾ? ਤੁਹਾਡੇ ਕੋਲ ਪੈਸੇ ਨਹੀਂ ਪੜਾ ਸਕਦੇ ਸਰ, ਚਾਹੀਦੀ ਹੈ ਨਾ। ਜੇ ਤੁਹਾਡੇ ਕੋਲ ਪੈਸੇ ਹੈ ਨਹੀਂ, ਮੈਂ ਸਰਕਾਰੀ ਸਕੂਲ 'ਚ ਪੜਾਉਣਾ ਚਾਹੁੰਦਾ ਬੱਚਿਆਂ ਨੂੰ। ਓਹੋ, ਹੁਣ ਤੁਸੀਂ ਦਿੱਲੀ ਦੇ ਸਰਕਾਰੀ ਸਕੂਲ 'ਚ ਪੜਾਉਣਾ ਚਾਹੁੰਦੇ ਹੋ ਤਾਂ ਉੱਥੇ ਮੈਂ ਪੰਜਾਬ ਦੇ ਜਾਂਦੀ ਉੱਥੇ ਫ੍ਰੈਂਚ, ਫਿਰ ਇੱਥੇ ਪੋਲੀਟੀਕਲ ਮੈਂ ਪੰਜਾਬ ਦੇ ਸਕੂਲਾਂ ਦਾ ਮੈਂ ਦੱਸ ਸਕਦਾ। ਇੱਥੇ ਪੰਜਾਬ ਦੇ ਪੋਲੀਟੀਕਲ ਵਿਲ ਨਹੀਂ ਹੈ, ਗਵਰਨਮੈਂਟ ਦੀ ਪੋਲੀਟੀਕਲ ਵਿਲ ਨਹੀਂ ਹੈ। ਇੰਨਾ ਬੁਰਾ ਹਾਲ ਹੈ ਪੰਜਾਬ ਦੇ ਸਰਕਾਰੀ ਸਕੂਲਾਂ 'ਚ। ਸਿੱਖਿਆ ਨੀਤੀ ਨਵੀਂ ਇਹ ਬੁਰਾ ਹਾਲ ਕਰੇਗੀ। ਸਕੂਲ ਬੈਗ ਐਕਟ ਹੈ 2006 ਦਾ। ਸਕੂਲ ਬੈਗ ਐਕਟ ਦੇ ਮੁਤਾਬਕ ਕਿ ਜਿੰਨਾ ਬੱਚੇ ਦਾ weight ਹੈ ਉਹਦਾ 10% ਕਿਤਾਬਾਂ ਹੋਣੀ ਚਾਹੀਦੀਆਂ। ਜੇ ਪਹਿਲੀ ਕਲਾਸ ਦਾ ਮੇਰਾ ਬੱਚਾ ਹੈ 2 ਕਿਲੋ ਦਾ ਬੈਗ ਹੋਣਾ ਚਾਹੀਦਾ। ਜੇ ਮੇਰਾ ਬੱਚਾ 10ਵੀਂ 'ਚ ਹੈ ਉਹ 40 ਕਿਲੋ 4 ਕਿਲੋ ਦਾ ਬੈਗ ਹੋਣਾ ਚਾਹੀਦਾ। ਪ੍ਰਾਈਵੇਟ ਸਕੂਲਾਂ ਨੇ, ਪ੍ਰਾਈਵੇਟ ਕਾਲਜਾਂ ਨੇ ਬੱਚੇ ਨੂੰ ਗਧੇ ਦੀ ਤਰ੍ਹਾਂ 20 ਕਿਤਾਬਾਂ। ਪਰਸੋਂ ਰੌਲਾ ਪਾਇਆ ਥੋੜਾ ਜਿਹਾ ਮੀਡੀਆ ਦੇ ਵਿੱਚ, ਪੰਜਾਬ ਸਰਕਾਰ ਨੇ ਇੱਕ ਲੈਟਰ ਕੱਢੀ ਹੈ ਕਿ ਜਿਹੜੀ ਸੰਸਥਾ ਨਾਲ ਰਜਿਸਟਰਡ ਹੈ ਸਕੂਲ, ਮੰਨ ਲਓ ਸੀਬੀਐਸਈ ਜਾਂ ਪੰਜਾਬ ਬੋਰਡ ਨਾਲ, ਉਸ ਸੰਸਥਾ ਦੇ ਸਿਲੇਬਸ ਦੇ ਮੁਤਾਬਕ ਮਾਨਤਾ ਪ੍ਰਾਪਤ ਕਿਤਾਬਾਂ ਹੀ ਪੰਜਾਬ 'ਚ ਲਾਗੂ ਹੋਣਗੀਆਂ। ਪਰ ਜਦੋਂ ਇਹ ਪ੍ਰਾਈਵੇਟ ਕਾਲਜ ਆਏਗਾ ਤਾਂ ਕੋਈ ਸੰਸਥਾ ਹੀ ਨਹੀਂ, ਪ੍ਰਾਈਵੇਟ ਕਾਲਜ ਦੀ ਮਰਜ਼ੀ ਹੈ। ਫਿਰ ਦੂਜੀ ਗੱਲ ਹੋਰ ਦੱਸਦਾ, ਗਰੀਬ ਵਰਗ ਨੂੰ ਉੱਪਰ ਚੱਕਣ ਵਾਸਤੇ ਪ੍ਰਾਈਵੇਟ ਸੰਸਥਾਵਾਂ 'ਚ, ਪ੍ਰਾਈਵੇਟ ਸਕੂਲਾਂ 'ਚ 25% ਇਕਨੋਮਿਕਲੀ ਵੀਕਰ ਸੈਕਸ਼ਨ ਲਈ ਰਿਜ਼ਰਵ ਕੀਤਾ ਗਿਆ ਵੀ ਪੜਾਓਗੇ, ਤੇ ਸੈਂਟਰ ਗਵਰਨਮੈਂਟ ਫੰਡ ਦਿੰਦੀ ਹੈ। ਇਹ ਪ੍ਰਾਈਵੇਟ ਇੰਸਟੀਚਿਊਟ ਚੋਰ ਮੋਰੀਆਂ ਰਾਹੀਂ ਉਹ ਪੈਸਾ ਹੜੱਪਦੇ ਆ ਤੇ ਗਰੀਬਾਂ ਨੂੰ ਨਹੀਂ ਮਿਲਦੀ। ਫਿਰ ਜੇ ਕਿਸੇ ਮਾਪੇ ਦੀ ਕਮਾਊ ਮਾਪੇ ਦੀ ਮੌਤ ਹੋ ਜੇ ਤਾਂ ਹੁਣ ਨਵਾਂ ਕਾਨੂੰਨ ਬਣਾਇਆ ਪੰਜਾਬ ਸਰਕਾਰ ਨੇ, ਜੇ ਇੱਕ ਘਰ ਦੇ 3 ਬੱਚੇ ਪੜ੍ਹਦੇ ਆ, ਅੱਜ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਇੱਕ ਪਰਿਵਾਰ ਦੇ 3 ਬੱਚੇ ਪੜ੍ਹਦੇ ਆ, ਘਰ ਦੇ ਮੁਖੀ ਦੀ ਮੌਤ ਹੋ ਜੇ ਕਮਾਉਣ ਵਾਲਾ, ਦੂਜੇ ਮਹੀਨੇ ਕਾਲਜ ਤੋਂ ਬਾਹਰ ਕੱਢ ਦੇਣਗੇ। ਪੰਜਾਬ ਸਰਕਾਰ ਨੇ ਹੁਣ ਬਣਾਇਆ ਕਿ ਜੇ ਮੌਤ ਹੋ ਗਈ, ਜਦ ਤੱਕ ਬੱਚੇ ਦੀ ਪੜ੍ਹਾਈ ਨਹੀਂ ਪੂਰੀ ਹੁੰਦੀ ਕੱਢ ਦੋਗੇ। ਕੀ ਪ੍ਰਾਈਵੇਟ ਇੰਸਟੀਚਿਊਟ ਜਦੋਂ ਆ ਜਾਣਗੇ, ਜਿੱਦਾਂ ਇਹ ਸਾਰਾ ਕੁਝ ਹੀ ਪ੍ਰਾਈਵੇਟ ਨੂੰ ਸਾਂਭ ਦਿੱਤਾ ਗਿਆ, ਜਿਹੜਾ ਮੁਨਾਫਾ ਕਮਾਉਣ ਲਈ ਬਿਜ਼ਨਸ ਕਰਦੇ ਆ, ਉਹਨੂੰ ਕਿਸੇ ਦੀ ਭਾਵਨਾ ਨਾਲ ਮਤਲਬ ਨਹੀਂ, ਸਮਾਜ ਨਾਲ ਮਤਲਬ ਨਹੀਂ, ਉਹ ਕਹਿੰਦੇ ਦਫਾ ਹੋਏ ਤੋਂ ਬਾਹਰ ਕੱਢ ਦੇਣਗੇ।